And now, news takeaway. ਕਨੈਕਟ FM 91.5 ਤੇ ਤੁਸੀਂ ਸੁਣ ਰਹੇ ਹੋ ਸਵੇਰ ਵਾਲਾ ਸ਼ੋਅ ਤੇ ਨਿਊਜ਼ ਟੇਕਅਵੇ ਸੈਗਮੈਂਟ ਤੁਹਾਡਾ ਸਵਾਗਤ ਹੈ। ਮੈਂ ਇੱਕ ਵਾਰ ਫੇਰ ਦੱਸ ਦਵਾਂ, ਵਾਸੂ ਕੁਮਾਰ ਜੀ ਅੱਜ ਇਸ ਮਾਰਨਿੰਗ ਸੈਗਮੈਂਟ ਵਾਸਤੇ ਛੁੱਟੀ ਤੇ ਨੇ। ਅੱਜ ਗੱਲ ਸ਼ੁਰੂ ਕਰਦੇ ਹਾਂ ਜਿਹੜਾ ਭਾਰਤ ਤੇ ਕੈਨੇਡਾ ਵਿਚਕਾਰ ਜੋ ਹੁਣ ਡਿਪਲੋਮੈਟਿਕ ਤਣਾਤਣੀ ਹੋਰ ਜ਼ਿਆਦਾ ਵੱਧ ਗਈ। ਕਈਆਂ ਦਾ ਇਹ ਮੰਨਣਾ ਹੈ ਕਿ ਜੇ ਅਸੀਂ ਇਤਿਹਾਸਕ ਪੱਖੋਂ ਵੇਖੀਏ ਤਾਂ ਭਾਰਤ ਤੇ ਕੈਨੇਡਾ ਦੇ ਆਪਸੀ ਸਬੰਧ ਇੰਨੇ ਜ਼ਿਆਦਾ ਨੀਵੇਂ ਪੱਧਰ ਤੇ ਕਦੇ ਵੀ ਨਹੀਂ ਸਨ ਪਹੁੰਚੇ ਜਿਹੜੇ ਕਿ ਜਿਸ ਸਥਿਤੀ ਦੇ ਵਿੱਚ ਇਹ ਸਬੰਧ ਇਸ ਵੇਲੇ ਨੇ ਹੁਣ ਨੇ। ਹਾਲਾਂਕਿ ਜਿਹੜੀ ਕੈਨੇਡਾ ਦੀ ਟ੍ਰੇਡ ਮਿਨਿਸਟਰ ਨੇ ਮੈਰੀ ਐਂਗ, ਉਹਨਾਂ ਨੇ ਕੱਲ੍ਹ ਸਟੇਟਮੈਂਟ ਜਾਰੀ ਕਰਕੇ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿ ਬਾਵਜੂਦ ਇਸ ਸਾਰੇ ਟੈਨਸ਼ਨ ਦੇ ਭਾਰਤ ਦੇ ਨਾਲ ਜਿਹੜੇ ਵਪਾਰਕ ਸਬੰਧ ਨੇ ਉਹਨਾਂ ਨੂੰ ਬਰਕਰਾਰ ਰੱਖਣ ਦੇ ਵਿੱਚ ਸਰਕਾਰ ਆਪਣੇ ਵੱਲੋਂ ਪੂਰਾ ਯਤਨ ਕਰ ਰਹੀ ਆ ਕਿ ਉੱਧਰਲੇ ਪਾਸੇ ਕੋਈ ਇੰਪੈਕਟ ਨਾ ਪਏ। ਪਰ ਜਿਸ ਤਰ੍ਹਾਂ ਦੀ ਕੜੱਤਣ ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੇਖੀ ਹੈ, ਜਿਸ ਤਰ੍ਹਾਂ ਦੀ ਗੱਲਬਾਤ ਹੋ ਰਹੀ ਆ, ਉਹ ਤੋਂ ਹੁਣ ਕਈਆਂ ਦਾ ਇਹ ਵੀ ਮੰਨਣਾ ਕਿ ਇਹਨਾਂ ਰਿਲੇਸ਼ਨਜ਼ ਨੂੰ ਨਾਰਮਲਾਈਜ਼ ਹੁੰਦਿਆਂ ਬਹੁਤ ਲੰਬਾ ਸਮਾਂ ਲੱਗ ਜਾਣਾ, ਕਿਉਂਕਿ ਜਿਹੜੇ ਸਟ੍ਰੈਸਰਜ਼ ਨੇ, ਜਿਹੜੇ ਪੁਆਇੰਟਸ ਨੇ ਜਿਨ੍ਹਾਂ ਕਰਕੇ ਤਣਾਅ ਪੈਦਾ ਹੋਇਆ, ਉਹ ਬੜੇ ਸਿਗਨੀਫਿਕੈਂਟ ਇਸ਼ੂਜ਼ ਨੇ। ਹੁਣ ਅਮਰੀਕਾ ਵੱਲੋਂ ਵੀ ਭਾਰਤ ਨੂੰ ਇਹ ਕਿਹਾ ਗਿਆ ਹੈ ਕਿ ਕੈਨੇਡਾ ਦੀਆਂ ਜਿਹੜੀਆਂ ਐਲੀਗੇਸ਼ਨਜ਼ ਨੇ, ਜੋ ਕੈਨੇਡਾ ਵੱਲੋਂ ਦੋਸ਼ ਲਗਾਏ ਗਏ ਜਾਂ ਜੋ ਕਿਹਾ ਜਾ ਰਿਹਾ ਕਿ ਸਬੂਤ ਹੈਗੇ ਨੇ ਪੁਖਤਾ, ਉਹਦੇ ਵਾਸਤੇ ਹੁਣ ਭਾਰਤ ਨੂੰ ਕੈਨੇਡਾ ਦੇ ਨਾਲ ਕੋਆਪਰੇਟ ਕਰਨਾ ਚਾਹੀਦਾ ਹੈ। US ਸਟੇਟ ਡਿਪਾਰਟਮੈਂਟ ਦੇ ਅਧਿਕਾਰੀ ਨੇ ਕੱਲ੍ਹ ਕਿਹਾ ਕਿ ਭਾਰਤ ਵੱਲੋਂ ਕੈਨੇਡਾ ਦੇ ਨਾਲ ਉਸ ਹਿਸਾਬ ਦੀ ਕੋਆਪਰੇਸ਼ਨ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਦੀ ਕੋਆਪਰੇਸ਼ਨ ਦੀ ਅਮਰੀਕਾ ਨੂੰ ਆਸ ਸੀ, ਕਿ ਸਾਨੂੰ ਉਮੀਦ ਸੀ ਕਿ ਭਾਰਤ ਵੱਲੋਂ ਜ਼ਿਆਦਾ ਤਾਲਮੇਲ ਦਿਖਾਇਆ ਜਾਏਗਾ ਕੈਨੇਡਾ ਦੇ ਨਾਲ। ਹਾਲਾਂਕਿ ਵੈਸੇ ਜੇ ਵੇਖਿਆ ਜਾਏ, ਇੰਡੀਆ ਵੱਲੋਂ ਅਮਰੀਕਾ ਦੇ ਨਾਲ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਕੋਆਪਰੇਟ ਕੀਤਾ ਜਾ ਰਿਹਾ ਉਹ ਬੜਾ ਵੱਖਰਾ, ਕਿਉਂਕਿ ਅਮਰੀਕਾ ਦੀ ਜਿਹੜੀ ਅਦਾਲਤ ਦੇ ਵਿੱਚ ਜਦੋਂ ਉਹ ਨਿਖਿਲ ਗੁਪਤਾ ਵਾਲੇ ਮਾਮਲੇ ਦੇ ਵਿੱਚ ਜਿਹੜੀ ਇੰਡਾਈਟਮੈਂਟ ਅਨਸੀਲ ਹੋਈ, ਉਹਦੇ ਵੀ ਜਿਹੜੇ ਦੋਸ਼ ਸਾਹਮਣੇ ਆਏ, ਉਹਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਅਮਰੀਕਾ ਨਾਲ ਤੇ ਕੋਆਪਰੇਟ ਕੀਤਾ ਜਾ ਰਿਹਾ, ਪਰ ਕੈਨੇਡਾ ਦੇ ਨਾਲ ਉਸ ਤਰ੍ਹਾਂ ਦੀ ਕੋਆਪਰੇਸ਼ਨ ਮਿਸਿੰਗ ਹੈ। ਇਸੇ ਕਰਕੇ ਇੱਕ ਜਿਹੜਾ ਇਹ ਸਵਾਲ ਉੱਠਦਾ ਵੀ ਕੀ ਕੈਨੇਡਾ ਵੱਲੋਂ ਡਿਪਲੋਮੈਟਿਕਲੀ ਇਸ ਮਾਮਲੇ ਨੂੰ ਵੱਖਰੇ ਕਿਸਮ ਨਾਲ ਹੈਂਡਲ ਕੀਤਾ ਜਾ ਸਕਦਾ ਸੀ, ਕਿਉਂਕਿ ਜੇ ਅਸੀਂ ਫਰਕ ਵੇਖੀਏ ਕੈਨੇਡਾ ਤੇ ਅਮਰੀਕਾ ਦੇ ਵਿੱਚ ਫਰਕ ਕੀ ਆ। ਕੈਨੇਡਾ ਦੇ ਵਿੱਚ ਹਾਊਸ ਆਫ ਕਾਮਨਸ ਦੇ ਫਲੋਰ ਤੇ ਪ੍ਰਧਾਨ ਮੰਤਰੀ ਨੇ ਪਿਛਲੇ ਸਾਲ ਖੜੇ ਹੋ ਕੇ ਜਦੋਂ ਭਾਰਤ ਦੇ ਉੱਪਰ ਦੋਸ਼ ਲਗਾਏ ਸਨ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਭਾਰਤੀ ਏਜੰਟਸ ਦੇ ਹੱਥ ਹੋਣ ਦੇ ਸਬੂਤ ਨੇ, ਉਸ ਤਰ੍ਹਾਂ ਦੀ ਗੱਲ ਅਮਰੀਕਾ ਦੇ ਵਿੱਚ ਪੋਲੀਟੀਕਲ ਲੈਵਲ ਤੇ ਜਾਂ ਫਿਰ ਇਹ ਕਹਿ ਲਓ ਉੱਥੋਂ ਦੀ ਕਾਂਗਰਸ ਦੇ ਵਿੱਚ ਖੜ ਕੇ ਨਹੀਂ ਕੀਤੀ ਗਈ। ਪਰ ਦੂਜਾ ਪਾਸਾ ਇਹ ਵੀ ਆ, ਇੱਥੇ ਇਸ ਡਿਸਕਸ਼ਨ ਦੇ ਵਿੱਚ, ਇਸ ਪੁਆਇੰਟ ਦੇ ਵਿੱਚ ਇਹ ਗੱਲ ਯਾਦ ਰੱਖਣੀ ਬੜੀ ਜ਼ਰੂਰੀ ਆ। ਅਮਰੀਕਾ ਦੇ ਵਿੱਚ ਜਿਹੜਾ ਇੱਕ ਅਸੈਸੀਨੇਸ਼ਨ ਦਾ ਪਲਾਟ ਸੀ, ਉੱਥੋਂ ਦੀ FBI ਨੇ ਉਹਨੂੰ ਰੋਕ ਲਿਆ ਸੀ। ਕੈਨੇਡਾ ਦੇ ਵਿੱਚ ਅਨਫੋਰਚੂਨੇਟਲੀ ਇੱਥੇ ਰਾਈਟ ਹੇਅਰ ਇਨ ਸਰੀ ਉਹ ਜਿਹੜਾ ਕਤਲ ਦਾ ਮਾਮਲਾ ਸੀ, ਜਿਹੜੀ ਕਤਲ ਦੀ ਵਾਰਦਾਤ ਸੀ, ਉਹਨੂੰ ਅੰਜਾਮ ਦੇਣ ਦੇ ਵਿੱਚ ਇਹ ਜਿਹੜੇ ਵੀ ਇਹ ਅਨਸਰ, ਭਾਵੇਂ ਉਹ ਜੋ ਹੁਣ ਦੋਸ਼ ਹੈ ਕਿ ਉਹ ਭਾਰਤੀ ਸਰਕਾਰ ਵੱਲੋਂ ਹਾਇਰ ਕੀਤੇ ਗਏ, ਉਹ ਸਰੀ ਦੇ ਵਿੱਚ ਹਰਦੀਪ ਸਿੰਘ ਨਿੱਜਰ ਦਾ ਅਨਫੋਰਚੂਨੇਟਲੀ ਕਤਲ ਕਰਨ ਦੇ ਵਿੱਚ ਉਹ ਉਸ ਵਾਰਦਾਤ ਨੂੰ ਅੰਜਾਮ ਦੇ ਗਏ ਉਹ। ਸੋ ਇਸ ਕਰਕੇ ਜਿਹੜੀ ਗ੍ਰੈਵਿਟੀ ਆ ਸਿਚੁਏਸ਼ਨ ਦੀ ਉਹ ਬੜੀ ਵੱਖਰੀ ਹੈ। ਅਮਰੀਕਾ ਦੇ ਵਿੱਚ ਅਸੈਸੀਨੇਸ਼ਨ ਅਟੈਂਪਟ ਨੂੰ ਰੋਕ ਲਿਆ ਗਿਆ, ਕੈਨੇਡਾ ਦੇ ਵਿੱਚ ਅਨਫੋਰਚੂਨੇਟਲੀ ਅਸੈਸੀਨੇਸ਼ਨ ਅਟੈਂਪਟ ਰੁਕਿਆ ਨਹੀਂ ਤੇ ਇੱਕ ਵਿਅਕਤੀ ਦੀ ਜਾਨ ਜਾਂਦੀ ਲੱਗੀ ਹੈ। ਕੈਨੇਡੀਅਨ ਕਿਲਡ ਔਨ ਅ ਕੈਨੇਡੀਅਨ ਸੋਇਲ। ਇਹ ਗੱਲ ਤੁਸੀਂ ਅਕਸਰ ਬੜੀ ਰੈਗੂਲਰਲੀ ਸੁਣੀ ਆ ਤੇ ਆਪਣੇ ਆਪ ਦੇ ਵਿੱਚ ਇਹ ਮਾਮਲਾ ਹੈ ਵੀ ਬੜਾ ਸੰਗੀਨ। ਅਮਰੀਕਾ ਦੇ ਨਾਲ ਕੈਨੇਡਾ ਦੀ ਕੋਆਪਰੇਸ਼ਨ, ਅਮਰੀਕਾ ਦੇ ਨਾਲ ਭਾਰਤ ਦੀ ਕੋਆਪਰੇਸ਼ਨ ਪੂਰੀ ਚੱਲਦੀ ਪਈ ਹੈ, ਕੈਨੇਡਾ ਦੇ ਨਾਲ ਉਸ ਹਿਸਾਬ ਦੀ ਕੋਆਪਰੇਸ਼ਨ ਹੈ ਕੋਈ ਨਹੀਂ। ਅਮਰੀਕਾ ਨੇ ਕੱਲ੍ਹ ਇਹ ਵੀ ਕਿਹਾ ਕਿ ਸਾਡਾ ਜਿਹੜਾ ਭਾਰਤ ਸਾਡਾ ਬੜਾ ਵਧੀਆ ਇੱਕ ਇੰਪੋਰਟੈਂਟ ਸਾਡਾ ਪਾਰਟਨਰ ਹੈ, ਸਾਡਾ ਸਹਿਯੋਗੀ ਆ, ਤੇ ਜਿਹੜੀ ਉਹ ਰਿਲੇਸ਼ਨਸ਼ਿਪ ਆ ਅਸੀਂ ਉਹਨੂੰ ਵੀ ਨਾਲ ਦੀ ਨਾਲ ਡਿਵੈਲਪ ਕਰ ਰਹੇ ਹਾਂ। ਇਨਫੈਕਟ ਬੀਤੇ ਸਮੇਂ ਦੇ ਵਿੱਚ ਭਾਰਤ ਦੀ ਮਿਲਟਰੀ ਨੇ ਤੇ US ਮਿਲਟਰੀ ਨੇ ਹੁਣੇ ਹੀ ਪਿਛਲੇ ਕੁਝ ਹਫ਼ਤਿਆਂ ਮਹੀਨਿਆਂ ਦੌਰਾਨ ਹੀ ਸਾਂਝੀਆਂ ਜੁਆਇੰਟ ਐਕਸਰਸਾਈਜ਼ਸ ਵੀ ਕੀਤੀਆਂ ਨੇ। ਸੋ ਵੱਖੋ ਵੱਖਰੇ ਪੱਧਰ ਤੇ ਜਿਹੜੀ ਕੋਆਪਰੇਸ਼ਨ ਹੈ ਉਹ ਚੱਲਦੀ ਪਈ ਆ। ਪਰ ਜਿਹੜਾ ਆਹ ਵਾਲਾ ਮਾਮਲਾ ਹੈ ਅਮਰੀਕਾ ਵੱਲੋਂ ਇਹਨੂੰ ਵੀ ਬੜਾ ਇਹ ਕਹਿ ਲਓ ਇਫੈਕਟਿਵਲੀ ਪਰਸਿਊ ਕੀਤਾ ਜਾ ਰਿਹਾ। ਹੁਣ ਕੈਨੇਡਾ ਤੇ ਭਾਰਤ ਦੇ ਵਿਚਕਾਰ ਜਿਸ ਤਰ੍ਹਾਂ ਦੀ ਇਹ ਟੈਨਸ਼ਨ ਬਣ ਗਈ ਆ, ਇਹ ਲੱਗਦਾ ਨਹੀਂ ਕਿ US ਦੀ ਦਖਲ ਅੰਦਾਜ਼ੀ ਤੋਂ ਬਗੈਰ ਜਾਂ US ਦੀ ਮੀਡੀਏਸ਼ਨ ਤੋਂ ਬਗੈਰ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਸੁਖਾਵਾਂ ਸੰਕੇਤ ਮਿਲ ਸਕਦਾ। ਪਰ ਜਿਹੜੇ ਭਾਰਤ ਤੇ ਕੈਨੇਡਾ ਦੇ ਰਿਲੇਸ਼ਨਸ ਨੇ, ਇਹਨਾਂ ਦੇ ਵਿੱਚ ਬਣੀ ਇਸ ਟੈਨਸ਼ਨ ਕਰਕੇ ਆਫ ਕੋਰਸ ਬਹੁਤ ਸਾਰੇ ਉਹ ਲੋਕ ਜਿਨ੍ਹਾਂ ਨੇ ਕੈਨੇਡਾ ਆਉਣ ਵਾਸਤੇ ਭਾਰਤ ਤੋਂ ਵੀਜ਼ੇ ਅਪਲਾਈ ਕੀਤੇ ਸੀ, ਜਿਨ੍ਹਾਂ ਨੇ ਕੈਨੇਡਾ ਤੋਂ ਇੰਡੀਆ ਜਾਣਾ, ਇਹਨਾਂ ਨੇ ਇੱਥੋਂ ਵੀਜ਼ੇ ਲੈ ਕੇ ਜਾਣੇ ਨੇ, ਉਹਨਾਂ ਨੂੰ ਇਸ ਵੇਲੇ ਹੁਣ ਕਾਫੀ ਸ਼ਸ਼ੋਪੰਜ ਜ਼ਰੂਰ ਪੈ ਗਈ ਆ ਕਿ ਆਉਂਦੇ ਸਮੇਂ ਦੇ ਵਿੱਚ ਕੀ ਸਮੱਸਿਆ ਹੋਰ ਵੀ ਜ਼ਿਆਦਾ
ਵੱਧ ਤੇ ਨਹੀਂ ਸਕਦੀ, ਵੀਜ਼ਿਆਂ ਦੇ ਉੱਪਰ ਇਹਦਾ ਇੰਪੈਕਟ ਤੇ ਨਹੀਂ ਪੈ ਸਕਦਾ, ਕਿਉਂਕਿ ਹੁਣ ਸੰਕੇਤ ਇਹ ਵੀ ਆ ਰਹੇ ਨੇ ਕਿ ਜਿਹੜੇ ਆ 6 ਅਧਿਕਾਰੀ ਅਜੇ ਪਹਿਲਾਂ ਕੈਨੇਡਾ ਨੇ ਐਕਸਪੈਲ ਕੀਤੇ, ਇੰਡੀਅਨ ਡਿਪਲੋਮੈਟਸ ਇੰਕਲੂਡਿੰਗ ਦੀ ਹਾਈ ਕਮਿਸ਼ਨਰ, ਤੇ ਉੱਧਰੋਂ ਫਿਰ ਭਾਰਤ ਨੇ ਵੀ ਰਿਟੈਲੀਏਸ਼ਨ ਦੇ ਵਿੱਚ ਇਸੇ ਤਰ੍ਹਾਂ ਦਾ ਕਦਮ ਚੁੱਕ ਲਿਆ। ਵੀ ਇਹ ਕਹਾਣੀ ਇੱਥੇ ਰੁਕਣ ਵਾਲੀ ਹੈ ਨਹੀਂ, ਕਿਉਂਕਿ RCMP ਨੇ ਜਿਹੜੀ ਪਰਸੋਂ RCMP ਦੇ ਮੁਖੀ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ, ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ, ਇਹੀ ਗੱਲ ਪਹਿਲਾਂ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੇ ਵਿੱਚ ਵੀ ਸਾਹਮਣੇ ਆ ਚੁੱਕੀ ਆ ਕਿ ਜਿਹੜੀ ਭਾਰਤ ਵੱਲੋਂ ਦਖਲ ਅੰਦਾਜ਼ੀ ਕੈਨੇਡੀਅਨ ਮਾਮਲਿਆਂ ਦੇ ਵਿੱਚ ਕੀਤੀ ਜਾ ਰਹੀ ਹੈ, ਉਹਦੀਆਂ ਕਈ ਪਰਤਾਂ ਨੇ, ਦੇयर ਮੈਨੀ ਲੇਅਰਸ ਟੂ ਇਟ। ਉਹ ਸਿਰਫ ਇਹ ਨਹੀਂ ਸੀ ਕਿ ਜਿਹੜੇ ਕੁਝ ਡਿਪਲੋਮੈਟਸ ਨੇ, ਕਿਉਂਕਿ ਉਹਨਾਂ ਨੂੰ ਡਿਪਲੋਮੈਟਿਕ ਇਮਿਊਨਿਟੀ ਹੁੰਦੀ ਆ, ਉਹ ਆਪਣੇ ਰੁਤਬੇ ਦੇ ਰਸੂਖ ਦੀ ਵਰਤੋਂ ਕਰਦੇ ਹੋਏ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਦੀ ਦਖਲ ਅੰਦਾਜ਼ੀ ਨੂੰ ਅੰਜਾਮ ਦੇ ਰਹੇ ਸੀ, ਜਾਂ ਉਹਨਾਂ ਨੇ ਕੁਝ ਵਿਅਕਤੀਆਂ ਨੂੰ ਜਾਂ ਸਿਰਫ ਕੁਝ ਕ੍ਰਿਮੀਨਲ ਨੈਟਵਰਕਸ ਨੂੰ ਇੰਗੇਜ ਕੀਤਾ ਹੋਇਆ ਸੀ, ਜੋ ਪਰਸੋਂ ਦੋਸ਼ ਲੱਗੇ, ਜੋ ਪਰਸੋਂ RCMP ਨੇ ਗੱਲ ਆਖੀ ਆ, ਤੇ ਉਹਨਾਂ ਦਾ ਕਹਿਣਾ ਵੀ ਸਾਡੇ ਕੋਲ ਸਬੂਤ ਨੇ ਇਸ ਗੱਲ ਦੇ। ਹੁਣ ਦੂਜਾ ਪਾਸਾ ਕੀ ਆ, ਪਿਛਲੇ ਸਮੇਂ ਦੇ ਵਿੱਚ ਗੱਲਾਂ ਇਹ ਵੀ ਸਾਹਮਣੇ ਆਈਆਂ ਨੇ ਕਿ ਜਿਹੜਾ ਪੂਰਾ ਦਾ ਪੂਰਾ ਨੈਟਵਰਕ ਇੰਟਰਫੇਰੈਂਸ ਦਾ ਭਾਰਤ ਵੱਲੋਂ ਕੈਨੇਡਾ ਦੇ ਵਿੱਚ ਵਿਛਾਇਆ ਗਿਆ, ਉਹਦੇ ਵਿੱਚ ਕੁਝ ਬਿਜ਼ਨਸ ਪਰਸਨਸ ਨੇ, ਕੁਝ ਮੀਡੀਆ ਦੇ ਵਿਅਕਤੀ ਵੀ ਨੇ, ਜਿਨ੍ਹਾਂ ਨੂੰ ਕਿ ਇਸ ਹਿਸਾਬ ਨਾਲ ਇਨਫਲੂਐਂਸ ਕੀਤਾ ਹੋਇਆ ਕਿ ਉਹ ਪ੍ਰੋ ਇੰਡੀਆ ਗੱਲ ਕਰਨ, ਤੇ ਜਿਹੜੀਆਂ ਉਹ ਪਰਤਾਂ ਨੇ ਉਹਦੇ ਵਿੱਚੋਂ ਹੌਲੀ ਹੌਲੀ ਕੁਝ ਹੋਰ ਜਾਣਕਾਰੀ ਵੀ ਸਾਹਮਣੇ ਆ ਸਕਦੀ ਆ। ਤੇ ਜਿਹੜੀ ਇਹ ਐਕਸਪਲਸ਼ਨ ਹੋਈ ਆ, ਅਜੇ ਤਾਂ 6 ਡਿਪਲੋਮੈਟਸ ਹੀ ਬਰਖਾਸਤ ਕੀਤੇ ਨੇ, ਕਿ ਇਹ ਗੱਲ ਸਿਰਫ 6 ਤੇ ਹੀ ਰੁਕ ਜਾਣੀ ਹੈ ਕਹਾਣੀ, ਜਾਂ ਕੁਝ ਹੋਰ ਨਾਮ ਤੇ ਹੋਰ ਚਿਹਰੇ ਵੀ ਸਾਹਮਣੇ ਆ ਸਕਦੇ ਨੇ, ਹੋ ਸਕਦਾ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਇਹ ਨੈਟਵਰਕ ਵਿਛਿਆ ਹੋਇਆ ਸੀ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਾਂ ਤੇ ਕਈ ਖੁਦ ਹੀ ਵੋਲੰਟੈਰੀਲੀ ਇਸ ਫੋਰਨ ਇੰਟਰਫੇਰੈਂਸ ਦੇ ਵਿੱਚ ਭਾਰਤ ਦਾ ਸਾਥ ਦੇ ਰਹੇ ਸੀ। ਸੋ ਕੈਨੇਡਾ ਦੇ ਵਿੱਚ ਵਸਦੇ ਵਿਅਕਤੀ ਕੁਝ ਵੋਲੰਟੈਰੀਲੀ ਭਾਰਤ ਦਾ ਸਾਥ ਦੇ ਰਹੇ ਸੀ। ਕਈਆਂ ਨੂੰ ਹੋ ਸਕਦਾ ਪੈਸੇ ਦੇ ਕੇ ਖਰੀਦਿਆ ਗਿਆ ਹੋਵੇ, ਕਈਆਂ ਨੂੰ ਹੋ ਸਕਦਾ ਕਿ ਵੀਜ਼ਾ ਗ੍ਰਾਂਟ ਕਰਨ ਦੀ ਆੜ ਦੇ ਵਿੱਚ ਪ੍ਰੈਸ਼ਰਾਈਜ਼ ਕਰਕੇ ਉਹਨਾਂ ਤੋਂ ਕੁਝ ਕੰਮ ਕਢਵਾਏ ਗਏ ਹੋਣ। ਹੁਣ ਕੁਝ ਕਈਆਂ ਨੇ ਤਾਂ ਆਪਣੇ ਲੈਵਲ ਤੇ ਹੀ ਹੁਣ ਆਸੇ-ਪਾਸੇ ਹੋ ਜਾਣਾ, ਕਿਉਂਕਿ ਹੁਣ ਮਾਮਲਾ ਭਖ ਬਹੁਤ ਗਿਆ। ਪਰ ਜਿਨ੍ਹਾਂ ਦੀ ਕੁਝ ਹੋਰ ਕਲੀਅਰਲੀ ਸ਼ਮੂਲੀਅਤ ਜੇ ਨਜ਼ਰ ਆਉਂਦੀ ਆ, ਤਾਂ ਕੀ ਫਿਰ ਇਹਦੇ ਵਿੱਚ ਕੁਝ ਹੋਰ ਨਾਮ ਤੇ ਕੁਝ ਹੋਰ ਐਕਸਪਲਸ਼ਨਸ ਹੋ ਸਕਦੀਆਂ ਨੇ, ਦੇਖਣਾ ਹੋਏਗਾ। ਭਾਰਤ ਨੇ 1955 ਤੋਂ ਜਿਹੜੇ ਵੀ ਕੋਈ ਵਿਅਕਤੀ ਕੋਈ ਕਿਸੇ ਹੋਰ ਮੁਲਕ ਦੀ ਸਿਟੀਜ਼ਨਸ਼ਿਪ ਲੈ ਲੈਂਦੇ ਨੇ, 1955 ਤੋਂ ਭਾਰਤ ਨੇ ਡਿਊਅਲ ਸਿਟੀਜ਼ਨਸ਼ਿਪ ਵਾਲਾ ਕੰਮ ਬੰਦ ਕਰਤਾ ਸੀ ਕਿ ਜੇ ਤੁਸੀਂ ਕਿਸੇ ਹੋਰ ਮੁਲਕ ਦੀ ਨਾਗਰਿਕਤਾ ਲੈ ਲੈਂਦੇ ਹੋ, ਤੁਹਾਨੂੰ ਫਿਰ ਆਪਣੀ ਭਾਰਤ ਦੀ ਨਾਗਰਿਕਤਾ ਤਿਆਗਣੀ ਪਏਗੀ। ਫਿਰ ਰੀਸੈਂਟਲੀ ਹੁਣ ਜਿਹੜਾ OCI ਵਾਲਾ ਸ਼ੁਰੂ ਵੀ ਕੀਤਾ ਗਿਆ ਹੈ ਕੰਮ, ਉਹ ਵੀ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਉਹ ਵੀ ਫੁੱਲ ਸਿਟੀਜ਼ਨਸ਼ਿਪ ਨਹੀਂ ਹੈ, ਉਹਨੂੰ ਡਿਊਅਲ ਸਿਟੀਜ਼ਨਸ਼ਿਪ ਨਹੀਂ ਕਿਹਾ ਜਾ ਸਕਦਾ। ਕਈ ਉਹਨੂੰ ਡਿਊਅਲ ਸਿਟੀਜ਼ਨਸ਼ਿਪ ਸਮਝ ਲੈਂਦੇ ਨੇ। ਭਾਰਤ ਅਜੇ ਵੀ ਦੋਹਰੀ ਨਾਗਰਿਕਤਾ ਦੀ ਪਰਮਿਸ਼ਨ ਨਹੀਂ ਦਿੰਦਾ, ਤੁਹਾਨੂੰ ਭਾਰਤ ਦਾ ਪਾਸਪੋਰਟ ਨਹੀਂ ਮਿਲਦਾ ਉਹਦੇ ਨਾਲ, OCI ਦੇ ਨਾਲ। ਸੋ 1955 ਤੋਂ ਇਹ ਪਾਲਿਸੀ ਇਨ ਪਲੇਸ ਹੈ that if you acquire citizenship of another country, you have to surrender your Indian citizenship। ਹੁਣ ਕਈਆਂ ਦਾ ਇਹ ਕਹਿਣਾ ਕਿ ਕਿਉਂਕਿ ਫਿਰ ਜੇ ਕਿਸੇ ਵੀ ਵਿਅਕਤੀ ਨੇ ਫਸਟ ਜਨਰੇਸ਼ਨ, ਸੈਕੰਡ, ਥਰਡ ਜਨਰੇਸ਼ਨ ਵਾਲੇ ਵਿਅਕਤੀ ਨੇ ਵਾਪਸ ਇੰਡੀਆ ਜਾਣਾ, ਤਾਂ ਆਫਕੋਰਸ ਉਹਨਾਂ ਨੂੰ ਵੀਜ਼ਾ ਲੈ ਕੇ ਜਾਣਾ ਪੈਣਾ। ਤੇ ਪਿਛਲੇ ਸਾਲਾਂ ਦੇ ਵਿੱਚ ਭਾਰਤੀ ਕਾਉਂਸਲੇਟਸ ਵੱਲੋਂ ਉਸ ਵੀਜ਼ਾ ਨੂੰ ਐਜ਼ ਅ ਬਾਰਗੇਨਿੰਗ ਚਿਪ ਇਸਤੇਮਾਲ ਕੀਤਾ ਗਿਆ। ਕੁਝ ਵਿਅਕਤੀਆਂ ਨੂੰ ਵੀਜ਼ਾ ਦੀ ਆੜ ਦੇ ਵਿੱਚ ਇਸ ਦਬਾਅ ਹੇਠ ਉਹਨਾਂ ਤੋਂ ਕੰਮ ਕਢਾਏ ਗਏ ਕਿ ਕਿਸੇ ਦੀ ਜਾਸੂਸੀ ਕਰਨੀ ਹੈ, ਕਿਸੇ ਬਾਰੇ ਜਾਣਕਾਰੀ ਇਕੱਠੀ ਕਰਨੀ ਆ, ਜਿਹੜੀ ਕਿ ਗੱਲਾਂ ਪਰਸੋਂ ਜਿਹੜੀ RCMP ਦੀ ਪ੍ਰੈਸ ਕਾਨਫਰੰਸ ਸੀ, ਉਹਦੇ ਵਿੱਚ ਵੀ ਇਹ ਗੱਲਾਂ ਉਜਾਗਰ ਹੋਈਆਂ, ਤੇ ਪਹਿਲਾਂ ਫੋਰਨ ਇੰਟਰਫੇਰੈਂਸ ਇਨਕੁਆਇਰੀ ਦੇ ਹਵਾਲੇ ਤੋਂ ਵੀ ਇਹ ਗੱਲਾਂ ਸਾਹਮਣੇ ਆ ਚੁੱਕੀਆਂ ਹੋਈਆਂ ਨੇ। ਸੋ ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਹੋਰ ਕੀ ਕੁਝ ਹੁੰਦਾ। ਪਰ ਇਹ ਬੜਾ ਇੱਕ ਕਿਊਰੀਅਸ ਮਾਮਲਾ ਹੈ ਕਿ ਅਮਰੀਕਾ ਦੇ ਨਾਲ ਭਾਰਤ ਦੀ ਜਿਸ ਤਰ੍ਹਾਂ ਦੀ ਕੋਆਪਰੇਸ਼ਨ ਆ, ਕੈਨੇਡਾ ਦੇ ਨਾਲ ਉਸ ਤਰ੍ਹਾਂ ਦੀ ਕੋਆਪਰੇਸ਼ਨ ਨਹੀਂ ਹੈ। ਕੀ ਅਮਰੀਕਾ ਵੱਲੋਂ ਜਿਹੜੇ ਸਬੂਤ ਪੇਸ਼ ਕੀਤੇ ਗਏ ਉਹ ਜ਼ਿਆਦਾ ਪੁਖਤਾ ਨੇ? ਕਿਉਂਕਿ ਭਾਰਤ ਦੇ ਸਟੈਂਡਸ ਤੋਂ ਤਾਂ ਸੰਕੇਤ ਇਹ ਮਿਲਦਾ ਕਿ US ਵਾਲੇ ਜਿਹੜੇ ਪ੍ਰੂਫਸ ਨੇ ਉਹਨਾਂ ਨੂੰ ਉਹ ਜ਼ਿਆਦਾ ਵਜ਼ਨਦਾਰ ਮੰਨਦੇ ਨੇ। ਜਿਹੜੇ ਕੈਨੇਡਾ ਵੱਲੋਂ ਸਬੂਤ ਦਿੱਤੇ ਗਏ ਕਿ ਉਹਨਾਂ ਨੂੰ ਰਿਫਿਊਟ ਕਰਨਾ ਭਾਰਤ ਨੂੰ ਇੰਨਾ ਸੌਖਾ ਲੱਗਦਾ ਪਿਆ। ਹਾਲਾਂਕਿ ਹੁਣ ਇੰਡੀਆ ਦੇ ਉੱਪਰ ਦਬਾਅ ਜ਼ਰੂਰ ਵੱਧਦਾ ਜਾ ਰਿਹਾ। ਲਾਈਕ ਆਈ ਸੈਡ, ਅਮਰੀਕਾ ਨੇ ਕੱਲ੍ਹ ਕਿਹਾ ਕਿ ਭਾਰਤ ਨੂੰ ਜਿਸ ਤਰ੍ਹਾਂ ਦੀ ਕੋਆਪਰੇਸ਼ਨ ਕਰਨੀ ਚਾਹੀਦੀ ਸੀ ਉਸ ਤਰ੍ਹਾਂ ਦੀ ਕੋਆਪਰੇਸ਼ਨ ਕੀਤੀ ਨਹੀਂ ਗਈ। ਤੇ ਅੱਜ UK ਵੱਲੋਂ ਵੀ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਆ। ਉਹਨਾਂ ਨੇ ਇਹ ਕਿਹਾ ਕਿ ਕੈਨੇਡਾ ਦੇ ਜੁਡੀਸ਼ੀਅਲ ਸਿਸਟਮ ਦੇ ਵਿੱਚ UK ਦਾ ਇਹ ਕਹਿਣਾ ਕਿ ਸਾਨੂੰ ਪੂਰਾ ਭਰੋਸਾ ਹੈ ਤੇ ਕੈਨੇਡਾ ਦੇ ਨਾਲ ਕੋਆਪਰੇਟ ਕਰਨਾ ਹੁਣ ਭਾਰਤ ਵਾਸਤੇ ਦੈਟਸ ਦਾ ਰਾਈਟ ਕਰੈਕਟ ਨੈਕਸਟ ਸਟੈਪ। ਇਹ ਸਹੀ ਅਗਲਾ ਕਦਮ ਹੋਏਗਾ
ਕਿ ਜਿਹੜੀਆਂ ਗੱਲਾਂ ਜਿਹੜੇ ਦੋਸ਼ ਕੈਨੇਡਾ ਵੱਲੋਂ ਲਗਾਏ ਗਏ ਨੇ ਤੇ ਪੁਲਿਸ ਮੁਖੀ ਨੇ ਪ੍ਰੈਸ ਕਾਨਫਰੰਸ ਕਰਕੇ ਜੋ ਗੱਲਾਂ ਆਖੀਆਂ ਨੇ, ਜਿਸ ਤਰ੍ਹਾਂ ਦੇ ਸਬੂਤਾਂ ਦੀ ਗੱਲ ਕੈਨੇਡਾ ਵੱਲੋਂ ਕੀਤੀ ਜਾ ਰਹੀ ਆ, ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤ ਨੂੰ ਹੁਣ ਕੈਨੇਡਾ ਦੇ ਨਾਲ ਕੋਆਪਰੇਟ ਕਰਨਾ, ਇਹ ਦੈਟ ਵੁੱਡ ਬੀ ਦਾ ਰਾਈਟ ਨੈਕਸਟ ਸਟੈਪ। ਸੋ ਜਿਹੜੀ ਇਹ ਗੱਲ ਹੈ ਜੀ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਭਖੇਗੀ। ਲਾਈਕ ਆਈ ਸੈਡ ਇਨ ਦ ਬਿਗਨਿੰਗ ਆਫ ਦ ਸ਼ੋ, ਐਟ ਦ ਬਿਗਨਿੰਗ ਆਫ ਦ ਸ਼ੋ, ਕਿ ਅੱਜ ਜਿਹੜੀ ਫੋਰਨ ਇੰਟਰਫੇਰੈਂਸ ਇਨਕੁਆਇਰੀ ਕਮਿਸ਼ਨ ਦੀ ਜਿਹੜੀ ਅੱਜ ਸੁਣਵਾਈ ਚੱਲਦੀ ਪਈ ਆ, ਉਹਦੇ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੱਲਬਾਤ ਕਰ ਰਹੇ ਨੇ। ਫਿਰ ਫੋਰਨ ਅਫੇਅਰਸ ਮਿਨਿਸਟਰ ਮੈਲਨੀ ਜੋਲੀ ਨੇ ਉੱਥੇ ਪੇਸ਼ ਹੋਣਾ ਅੱਜ ਹੀ, ਤੇ ਉਹਦੇ ਵਿੱਚ ਜਿਹੜਾ ਹੁਣ ਕਾਫੀ ਜ਼ਿਆਦਾ ਰੇਜ਼ਰ ਸ਼ਾਰਪ ਫੋਕਸ ਆ ਉਹ ਭਾਰਤ ਵੱਲੋਂ ਕੀਤੀ ਜਾਂਦੀ ਫੋਰਨ ਇੰਟਰਫੇਰੈਂਸ ਤੇ ਦਖਲਅੰਦਾਜ਼ੀ ਵੱਲ ਹੋਏਗਾ। ਤੁਸੀਂ ਸੁਣ ਰਹੇ ਹੋ ਕਨੈਕਟ FM 91.5। M&S ਟਰੱਕ ਸੈਂਟਰ ਵਾਲੇ ਸੂਚਨਾ ਦੇ ਰਹੇ ਨੇ। M&S ਟਰੱਕ ਸੈਂਟਰ ਕੋਲ ਫਰੇਟ ਲਾਈਨਰ, ਹੀਨੋ, ਇਸੂਜ਼ੂ ਅਤੇ ਹੋਰ ਵੱਡੇ ਬ੍ਰਾਂਡਸ ਦੇ ਯੂਜ਼ਡ ਟਰੱਕਸ ਦੀ ਬੇਸ਼ੁਮਾਰ ਇਨਵੈਂਟੋਰੀ ਹੈ। 3 ਟਨ ਟਰੱਕ ਵਿਦ 14 ਫੁੱਟ ਔਰ 20 ਫੁੱਟ ਬਾਕਸ, 5 ਟਨ ਟਰੱਕ ਵਿਦ 24 to 30 ਫੁੱਟ ਬਾਕਸ, ਟਰੈਕਟਰ, ਟ੍ਰੇਲਰ ਤੇ ਸੈਮੀ ਟਰੱਕਸ ਦੀ ਵੱਡੀ ਸਿਲੈਕਸ਼ਨ ਹੈ। ਨਾਰਥ ਅਮਰੀਕਾ ਵਿੱਚੋਂ ਕਿਤੋਂ ਵੀ ਟਰੱਕ ਲਿਆ ਕੇ ਤੁਹਾਨੂੰ ਦੇ ਸਕਦੇ ਨੇ। ਤੁਸੀਂ ਆਪਣੀ ਐਗਜ਼ਿਸਟਿੰਗ ਫਲੀਟ ਟ੍ਰੇਡ ਇਨ ਜਾਂ ਰੀਜ਼ਨੇਬਲ ਰੇਟਸ ਤੇ ਸਰਵਿਸ ਤੇ ਰਿਪੇਅਰ ਵੀ ਕਰਵਾ ਸਕਦੇ ਹੋ। M&S ਟਰੱਕ ਸੈਂਟਰ 14684 64 ਐਵੀਨਿਊ, ਸਰੀ। ਸੁੱਚਾ ਰੰਧਾਵਾ ਜੀ ਨੂੰ ਕਾਲ ਕਰ ਲੈਣਾ। ਨੰਬਰ ਹੈ 6046191900, 6046191900 ਔਰ ਵਿਜ਼ਿਟ mstruckcenter.com। ਦੈਟਸ mstruckcenter.com। WhatsApp ਤੇ ਤੁਹਾਡਾ ਬਹੁਤ ਸਾਰਾ ਰਿਐਕਸ਼ਨ ਆ ਰਿਹਾ ਜੀ ਇਸ ਸਾਰੀ ਗੱਲ ਨੂੰ ਲੈ ਕੇ। ਮਨਵੀਰ ਜੀ ਦਾ ਮੈਸੇਜ ਹੈ, ਕਹਿੰਦੇ ਅਮਰੀਕਾ ਇਜ਼ ਅ ਵਰਲਡ ਪਾਵਰ। ਇਹ ਸਾਰਿਆਂ ਨੂੰ ਪਤਾ, ਕਹਿੰਦੇ ਇਹ ਸਭ ਤੋਂ ਵੱਡਾ ਫਰਕ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਦੇ ਨਾਲ ਜਿਸ ਤਰ੍ਹਾਂ ਦਾ ਸਟੈਂਸ ਹੈ ਉਹ ਬੜਾ ਵੱਖਰਾ ਹੈ ਨਾ। ਉਹਦੇ ਵਿੱਚ ਇੱਕ ਬਹੁਤ ਵੱਡਾ ਪਹਿਲੂ ਇਹ ਆ, ਇੱਕ ਸਿਗਨੀਫੀਕੈਂਟ ਪਹਿਲੂ ਇਹ ਆ that US being the world power that it is। ਪਰ ਅਮਰੀਕਾ ਦੇ ਉਸ ਰਸੂਖ ਦੇ ਬਾਵਜੂਦ ਕੈਨੇਡਾ ਤੇ ਅਮਰੀਕਾ ਦਾ ਦੋਸਤ ਹੈ, ਤੇ ਕੈਨੇਡਾ ਦੇ ਨਾਲ ਜਿਸ ਤਰ੍ਹਾਂ ਦੀ ਅਜੇ ਤੱਕ ਕੋਆਪਰੇਸ਼ਨ, ਇਹ ਕੋਈ ਗੱਲ ਇੱਦਾਂ ਨਹੀਂ ਹੈ ਨਾ ਵੀ ਪਰਸੋਂ ਹੀ ਸ਼ੁਰੂ ਹੋਈ ਹੋਵੇ। ਗੱਲ ਸ਼ੁਰੂ ਹੋਏ ਨੂੰ ਤਾਂ ਹੁਣ ਘੱਟੋ ਘੱਟ ਹੁਣ ਤਕਰੀਬਨ 1.5 ਸਾਲ ਹੋ ਚੱਲਿਆ, ਤੇ ਇਸ ਇੰਨੇ ਸਮੇਂ ਦੌਰਾਨ ਕੀ ਅਮਰੀਕਾ ਵੱਲੋਂ ਇਸ ਤਰ੍ਹਾਂ ਦਾ ਪ੍ਰੈਸ਼ਰ ਭਾਰਤ ਦੇ ਉੱਪਰ ਐਗਜ਼ਰਟ ਨਹੀਂ ਕੀਤਾ ਗਿਆ ਕਿ ਕੈਨੇਡਾ ਦੇ ਨਾਲ ਕੋਆਪਰੇਟ ਕਰੋ। ਹਾਲਾਂਕਿ ਇੱਥੇ ਇਹ ਗੱਲ ਕਰਨੀ ਵੀ ਬਣਦੀ ਆ, ਅਰਾਊਂਡ ਦ ਮਿਡਲ ਆਫ ਦਿਸ ਈਅਰ, ਜੂਨ ਜੁਲਾਈ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਸੰਕੇਤ ਮਿਲੇ ਸੀ, ਲੱਗਦਾ ਸੀ ਕਿ ਆਪਸ ਦੇ ਵਿੱਚ ਹੁਣ ਕੈਨੇਡਾ ਤੇ ਇੰਡੀਆ ਦੀ ਕੋਆਪਰੇਸ਼ਨ ਥੋੜ੍ਹੀ ਬਿਹਤਰ ਹੋ ਰਹੀ ਆ। ਪਰ ਭਾਰਤ ਵੱਲੋਂ ਕੈਨੇਡਾ ਵੱਲੋਂ ਪ੍ਰਦਾਨ ਕੀਤੇ ਗਏ ਜਿਹੜੇ ਸਬੂਤਾਂ ਨੂੰ ਲਗਾਤਾਰ ਡਿਸਮਿਸ ਕਰਦੇ ਰਹਿਣਾ ਤੇ ਅਮਰੀਕਾ ਦੇ ਸਬੂਤਾਂ ਨੂੰ ਉਹਨਾਂ ਨੂੰ ਸੀਰੀਅਸਲੀ ਲੈਣਾ, ਇਹ ਜ਼ਰੂਰ ਇੱਕ ਬੜੀ ਸਟਾਰਕ ਪਿਕਚਰ ਪ੍ਰੈਜ਼ੈਂਟ ਕਰਦਾ। ਜਤਿੰਦਰ ਢੇਸੀ ਜੀ ਦਾ ਮੈਸੇਜ ਆਇਆ ਤੇ ਡਿਫਰੈਂਸ ਇਜ਼ ਦੈਟ USA is big in all aspects and Canada is not that intimidating for India। ਸੋ ਇਹ ਬਿਲਕੁਲ ਆਈ ਥਿੰਕ ਇਹ ਇੱਕ ਸਭ ਤੋਂ ਵੱਡਾ ਪਹਿਲੂ ਇਹ ਜ਼ਰੂਰ ਹੈ। ਪਰ ਕੀ ਕਿਤੇ ਇਹ ਵੀ ਕਿਹਾ ਜਾ ਸਕਦਾ ਵੀ ਕੈਨੇਡਾ ਅਮਰੀਕਾ ਦੇ ਨਾਲ ਵੀ ਅਮਰੀਕਾ ਨੂੰ ਉਸ ਹਿਸਾਬ ਨਾਲ ਲਾਮਬੰਦ ਕਰਨ ਦੇ ਵਿੱਚ ਕੀ ਅਜੇ ਤੱਕ ਨਾਕਾਮਯਾਬ ਰਿਹਾ, ਜਿਹਦੇ ਨਾਲ ਕਿ ਅਮਰੀਕਾ ਭਾਰਤ ਦੇ ਉੱਪਰ ਪ੍ਰੈਸ਼ਰ ਪਵਾ ਕੇ ਹੁਣ ਤੱਕ ਇਸ ਮਾਮਲੇ ਨੂੰ ਉਹਦੇ ਵਿੱਚ ਕੋਆਪਰੇਸ਼ਨ ਲਿਆ ਸਕਦਾ। ਦੇਖਣਾ ਹੋਏਗਾ। ਅਗੇਨ ਇਹ ਕਹਾਣੀ ਇੱਥੇ ਆਫਕੋਰਸ ਖਤਮ ਹੋਣ ਵਾਲੀ ਹੈ ਨਹੀਂ। ਅਜੇ ਤੇ ਨਾ ਪ੍ਰੋਪਰ ਕੋਆਪਰੇਸ਼ਨ ਹੋਈ ਹੈ। ਅਜੇ ਤੇ ਜਿਹੜੇ ਵਿਅਕਤੀ ਫੜੇ ਗਏ ਨੇ ਉਹਨਾਂ ਦੇ ਮਾਮਲੇ ਦੇ ਵਿੱਚ ਜਿਹੜੀ ਸੁਣਵਾਈ ਹੈ ਅਦਾਲਤ ਦੇ ਵਿੱਚ ਚੱਲਦੀ ਪਈ, ਉਹ ਟਰਾਇਲ ਵੀ ਸ਼ੁਰੂ ਹੋਣੀ ਹੈ ਅਜੇ, ਕਿਉਂਕਿ ਉਹ ਡਾਕੂਮੈਂਟਸ ਦਾ ਡਿਸਕਲੋਜ਼ਰ ਨਹੀਂ ਹੋਇਆ। ਜਿਹੜੇ 4 ਬੰਦੇ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ 'ਚ ਫੜੇ ਗਏ ਨੇ, ਉਹ ਡਿਸਕਲੋਜ਼ਰ ਵੀ ਅਜੇ ਉਹ ਡਿਸਕਲੋਜ਼ਰ ਹੀ ਚੱਲਦਾ ਪਿਆ ਡਾਕੂਮੈਂਟਸ ਦਾ ਅਜੇ, ਇਸ ਕਰਕੇ ਟਰਾਇਲ ਸ਼ੁਰੂ ਨਹੀਂ ਹੋ ਪਾ ਰਹੀ। ਉਹ ਮਲਟੀਪਲ ਟਾਈਮਸ ਉਹਨੂੰ ਅੱਗੇ ਤੋਂ ਅੱਗੇ ਟਾਲ ਦਿੱਤਾ ਗਿਆ ਹੈ। ਤੇ ਇਹ ਸਭ ਦੇ ਵਿੱਚ, ਇਹ ਸਾਰੀ ਡਿਸਕਸ਼ਨ ਦੇ ਵਿੱਚ ਇੱਕ ਹੋਰ ਜਿਹੜਾ ਪਹਿਲੂ ਸਾਹਮਣੇ ਆਉਂਦਾ ਉਹ ਇਹ ਹੈ ਕਿ ਰਿਪੂ ਦਮਨ ਸਿੰਘ ਮਲਿਕ ਦਾ ਜਿਹੜਾ ਕਤਲ ਹੋਇਆ ਸੀ, ਰਿਪੂ ਦਮਨ ਸਿੰਘ ਮਲਿਕ ਦੇ ਕਤਲ ਦੇ ਮਾਮਲੇ ਦੇ ਵਿੱਚ ਵੀ 2 ਵਿਅਕਤੀ ਅਰੈਸਟ ਤੇ ਕਰ ਲਏ ਗਏ ਸੀ। ਉਹ ਭਾਰਤੀ ਓਰੀਜਨ ਦੇ ਨਹੀਂ ਹੈਗੇ, ਪਰ ਉਸ ਮਾਮਲੇ ਦੇ ਵਿੱਚ ਵੀ ਅੱਗੇ ਫਰਦਰ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਮੋਟਿਵ ਬਿਹਾਈਂਡ ਦਾ ਕਿਲਿੰਗ ਕੀ ਸੀ। ਸੋ ਕਿਉਂਕਿ ਜਦੋਂ ਪਰਸੋਂ ਗੱਲ ਇਹ ਕੀਤੀ ਗਈ RCMP ਵੱਲੋਂ ਕਿ ਮਲਟੀਪਲ ਹੋਮਿਸਾਈਡਸ ਕੈਨੇਡਾ ਦੇ ਵਿੱਚ ਭਾਰਤੀ ਦਖਲਅੰਦਾਜ਼ੀ ਕਰਕੇ ਤੇ ਭਾਰਤੀ ਏਜੰਟਸ ਦੇ ਪ੍ਰਭਾਵ ਹੇਠ ਕੈਨੇਡਾ 'ਚ ਹੋਏ ਨੇ ਤੇ ਮਲਟੀਪਲ ਕੁਝ ਹੋਰ ਅਟੈਕਸ ਹੋਏ ਨੇ, ਉਹਦੇ ਦਾਇਰੇ ਦੇ ਵਿੱਚ ਹੁਣ ਕਾਫੀ ਕੁਝ ਹੈ ਜਿਹਨੂੰ ਲੈ ਕੇ ਸਵਾਲ ਬਣੇ ਹੋਏ ਨੇ। ਸਵਾਲ ਕਦੋਂ ਤੱਕ ਉਹਨਾਂ ਦੇ ਜਵਾਬ ਮਿਲਦੇ ਨੇ ਇਹ ਦੇਖਣਾ ਹੋਏਗਾ। ਇੱਕ WhatsApp ਤੇ ਹੋਰ ਸੁਨੇਹਾ ਆਇਆ, ਉਹ ਪੁੱਛ ਰਹੇ ਨੇ ਕਿ ਹੁਣ ਨਵੰਬਰ ਦਾ ਮਹੀਨਾ ਜਦੋਂ ਆਉਂਦਾ ਤਾਂ ਜਿਹੜੇ ਭਾਰਤੀ ਮੂਲ ਦੇ ਕੁਝ ਰਿਟਾਇਰਡ ਵਿਅਕਤੀ ਨੇ ਜਿਨ੍ਹਾਂ ਨੇ ਆਪਣੇ ਲਾਈਫ ਸਰਟੀਫਿਕੇਟ ਭੇਜਣੇ ਹੁੰਦੇ ਨੇ ਪੈਨਸ਼ਨ ਵਾਸਤੇ, ਵੀ ਉਹਨਾਂ ਦਾ ਕੀ ਬਣੇਗਾ। ਕੀ ਭਾਰਤੀ ਕਾਉਂਸਲੇਟ ਦੇ ਮੈਂਬਰ ਜਿਸ ਤਰ੍ਹਾਂ ਪਹਿਲਾਂ ਵੱਖੋ ਵੱਖਰੀ ਥਾਵਾਂ ਤੇ ਆ ਕੇ
ਗੁਰਦੁਆਰਾ ਸਾਹਿਬ ਦੇ ਵਿੱਚ, ਮੰਦਿਰ ਦੇ ਵਿੱਚ ਤੇ ਹੋਰ ਥਾਵਾਂ ਤੇ ਆ ਕੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਲਾਈਫ ਸਰਟੀਫਿਕੇਟਸ ਜਾਰੀ ਕਰਦੇ ਨੇ ਤਾਂ ਕਿ ਜਿਹੜੇ ਬਜ਼ੁਰਗ, ਜਿਹੜੇ ਪੈਨਸ਼ਨਰਸ ਨੇ, ਉਹਨਾਂ ਦੀ ਪੈਨਸ਼ਨ ਜਾਰੀ ਰਹਿ ਸਕੇ। ਵੀ ਕੀ ਐਤਕੀ ਉਹਦੇ ਉੱਪਰ ਤਾਂ ਨਹੀਂ ਕੋਈ ਇੰਪੈਕਟ ਪਏਗਾ? ਆਈ ਕੈਂਟ ਸੇ ਐਨੀਥਿੰਗ ਐਟ ਦਿਸ ਪੁਆਇੰਟ ਜੀ। ਇਹ ਹੁਣ ਨੋਰਮਲੀ ਨਵੰਬਰ ਦੇ ਵਿੱਚ ਉਹ ਪ੍ਰੋਸੈਸ ਸ਼ੁਰੂ ਹੋਇਆ ਕਰਦਾ ਲਾਈਫ ਸਰਟੀਫਿਕੇਟਸ ਵਾਲਾ। ਸੋ ਵੇਖਦੇ ਹਾਂ ਜੀ ਉਦੋਂ ਕੀ ਹੁੰਦਾ। ਹੋਪਫੁਲੀ ਉਦੋਂ ਤੱਕ ਇਹ ਜਿਹੜਾ ਮਾਮਲਾ ਹੈ ਜਿਹੜਾ ਕੋਆਪਰੇਸ਼ਨ ਦੇ ਰਾਹ 'ਤੇ ਪੈ ਜਾਵੇ, ਸੋ ਦੈਟ ਜਿਹੜੀਆਂ ਇਹ ਬੜੀਆਂ ਜਿਹੜੀ ਸੀਰੀਅਸ ਕੰਸਰਨਸ ਨੇ ਜਿਨ੍ਹਾਂ ਕਰਕੇ ਆ ਸਾਰੀ ਟੈਨਸ਼ਨ ਬਣੀ ਆ, ਉਹ ਸੀਰੀਅਸ ਕੰਸਰਨਸ ਐਡਰੈਸ ਹੋ ਸਕਣ, ਰਿਜ਼ੋਲਵ ਹੋ ਸਕਣ। ਪਰ ਲਾਈਫ ਸਰਟੀਫਿਕੇਟਸ ਵਾਲਾ ਹਿਸਾਬ ਕਿਤਾਬ ਐਤਕੀ ਕਿਹੋ ਜਿਹਾ ਰਹੂ, ਟਫ ਟੂ ਸੇ ਐਟ ਦਿਸ ਪੁਆਇੰਟ। ਪ੍ਰਿੰਸ ਐਡਵਰਡ ਆਈਲੈਂਡ ਤੋਂ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਸ਼ੌਨ ਕੇਸੀ ਹੁਣ ਕਹਿ ਲਓ ਇੱਕ ਜਿਹੜਾ ਹੁਣ ਨਵਾਂ ਰਾਊਂਡ ਚੱਲਿਆ ਕਿ ਜਿਹਦੇ ਵਿੱਚ ਜਸਟਿਨ ਟਰੂਡੋ ਨੂੰ ਲਿਬਰਲ ਪਾਰਟੀ ਦੀ ਲੀਡਰਸ਼ਿਪ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਲਾਂਭੇ ਹੋਣ ਵਾਸਤੇ ਜਿਹੜੇ ਉਹਨਾਂ ਦੇ ਪਾਰਟੀ ਦੇ ਮੈਂਬਰ ਹੀ ਹੁਣ ਇਹ ਆਵਾਜ਼ ਉਠਾ ਰਹੇ ਨੇ, ਉਹਦੇ ਵਿੱਚ ਸ਼ੌਨ ਕੇਸੀ ਦਾ ਨਾਮ ਵੀ ਜੁੜ ਗਿਆ ਹੈ। ਇਸ ਤੋਂ ਪਹਿਲਾਂ ਜਦੋਂ ਟੋਰਾਂਟੋ ਵਾਲੀ ਸੀਟ ਹਾਰੇ ਸੀ ਅਰਲੀਅਰ ਇਨ ਦਾ ਸਮਰ ਬਾਈ ਇਲੈਕਸ਼ਨ 'ਚ, ਉਦੋਂ ਵੀ ਕੁਝ ਐਮਪੀਜ਼ ਨੇ, ਕੁਝ ਬੈਕ ਬੈਂਚਰ ਐਮਪੀਜ਼ ਨੇ ਇਹ ਗੱਲ ਆਖੀ ਸੀ ਕਿ ਜਸਟਿਨ ਟਰੂਡੋ ਨੂੰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ, ਰਿਜ਼ਾਈਨ ਕਰਨਾ ਚਾਹੀਦਾ। ਪਰ ਫਰਕ ਇਹ ਸੀ ਕਿ ਜਿਹੜੇ ਉਹ ਐਮਪੀ ਸੀ ਉਹਨਾਂ ਨੇ ਅਗਲਾ ਇਲੈਕਸ਼ਨ ਲੜਨਾ ਨਹੀਂ। ਸ਼ੌਨ ਕੇਸੀ ਨੇ ਅਗਲਾ ਇਲੈਕਸ਼ਨ ਲੜਨਾ ਹੈ, ਉਹਨਾਂ ਨੇ ਕਲੀਅਰ ਕੀਤੀ ਗੱਲ ਇਹ। ਪਰ ਉਹਨਾਂ ਨੇ ਨਾਲ ਇਹ ਗੱਲ ਵੀ ਆਖੀ ਆ, ਕਹਿੰਦੇ ਵੀ ਮੈਂ ਜਿਹੜੇ ਵੀ ਲੋਕਾਂ ਨਾਲ ਆਪਣੀ ਰਾਈਡਿੰਗ ਦੇ ਵਿੱਚ ਗੱਲ ਕਰਦਾ, ਜਿਹੜੇ ਸਾਡੀ ਰਾਈਡਿੰਗ ਦੇ ਵੋਟਰਸ ਨੇ, ਦੇ ਹੈਵ ਟਿਊਨਡ ਜਸਟਿਨ ਟਰੂਡੋ ਆਊਟ, ਕਿ ਉਹ ਜਸਟਿਨ ਟਰੂਡੋ ਨੂੰ ਹੁਣ ਸੀਰੀਅਸਲੀ ਨਹੀਂ ਲੈਂਦੇ, ਉਹਨਾਂ ਨੇ ਟਿਊਨ ਆਊਟ ਕਰ ਦਿੱਤਾ ਹੋਇਆ। ਸੋ ਉਹਨਾਂ ਦਾ ਇਹ ਕਹਿਣਾ ਕਿ ਟਰੂਡੋ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਲਾਂਭੇ ਹੋ ਜਾਣਾ ਚਾਹੀਦਾ। ਵੈਸੇ ਵੀ ਵੱਖੋ ਵੱਖਰੇ ਸਰਵੇਖਣਾਂ ਦੇ ਵਿੱਚ ਕੰਜ਼ਰਵੇਟਿਵਸ ਇਸ ਵੇਲੇ ਤਕਰੀਬਨ 20 ਤੋਂ 21 ਪੁਆਇੰਟ ਅੱਗੇ ਚੱਲਦੇ ਪਏ ਨੇ ਪੀਅਰ ਪੋਲੀਅਰ ਦੀ ਪਾਰਟੀ। ਵੀਕਐਂਡ ਤੇ ਇਹ ਗੱਲ ਵੀ ਸਾਹਮਣੇ ਆਈ ਸੀ ਜਿਹਦੇ ਬਾਰੇ ਅਸੀਂ ਕੱਲ੍ਹ ਗੱਲ ਕੀਤੀ ਵੀ ਸੀ ਤੁਹਾਡੇ ਨਾਲ, ਕਿ ਘੱਟੋ ਘੱਟ 20 ਤੋਂ 21 ਅਜਿਹੇ ਐਮਪੀ ਨੇ ਜਿਨ੍ਹਾਂ ਨੇ ਬੀਤੇ ਦਿਨੀ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਲਾਓਸ ਗਏ ਹੋਏ ਸੀ ਏਸੀਆਨ ਸਮਿਟ ਲਈ, ਉਹਨਾਂ ਨੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਲਾਮਬੰਦ ਕਰਨ ਦੀ ਇਸ ਵਾਸਤੇ ਯਤਨ ਕੀਤੇ ਨੇ ਕਿ ਜਸਟਿਨ ਟਰੂਡੋ ਨੂੰ ਹੁਣ ਲੀਡਰਸ਼ਿਪ ਤੋਂ ਲਾਂਭੇ ਕੀਤਾ ਜਾਵੇ, ਕਿ ਜਸਟਿਨ ਟਰੂਡੋ ਜੇ ਲੀਡਰ ਰਹੇ ਤਾਂ ਅਗਲਾ ਇਲੈਕਸ਼ਨ ਜਿੱਤਣਾ ਮੁਸ਼ਕਲ ਹੈ, ਨਾਮੁਮਕਿਨ ਹੈ। ਸੋ ਉਸ ਐਫਰਟ ਦੇ ਵਿੱਚ ਤਕਰੀਬਨ 20 ਤੋਂ 21 ਐਮਪੀਜ਼ ਦੇ ਨਾਮ ਆਲਰੇਡੀ ਉਸ ਗਰੁੱਪ ਬਾਰੇ ਜ਼ਿਕਰ ਚੱਲ ਰਿਹਾ ਸੀ ਤੇ ਹੁਣ ਸ਼ੌਨ ਕੇਸੀ ਵੱਲੋਂ ਜਨਤਕ ਤੌਰ ਤੇ ਖੁੱਲ੍ਹੇਆਮ ਇਹ ਗੱਲ ਕਹਿ ਦਿੱਤੀ ਗਈ ਹੈ। BC ਦੇ ਵਿੱਚ ਇਲੈਕਸ਼ਨ ਕੈਂਪੇਨ ਇਸ ਵੇਲੇ ਚੱਲਦੀ ਪਈ ਹੈ ਜੀ, ਆਖਰੀ ਹਫਤਾ ਹੈ ਇਲੈਕਸ਼ਨ ਕੈਂਪੇਨ ਦਾ। ਮੈਂ ਇੱਕ ਵਾਰੀ ਫੇਰ ਚੇਤੇ ਕਰਵਾ ਦੇਵਾਂ ਕਿ ਅੱਜ ਐਡਵਾਂਸ ਵੋਟਿੰਗ ਦਾ ਆਖਰੀ ਦਿਨ ਹੈ। 8 ਵਜੇ ਅੱਜ ਹੁਣ ਤੋਂ ਤਕਰੀਬਨ 6 ਮਿੰਟ ਪਹਿਲਾਂ ਜਿਹੜੇ ਐਡਵਾਂਸ ਪੋਲਿੰਗ ਸਟੇਸ਼ਨਸ ਨੇ ਉਹ ਖੁੱਲ੍ਹ ਗਏ ਨੇ, ਅੱਜ ਸ਼ਾਮੀ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਫਿਰ ਇਸ ਤੋਂ ਬਾਅਦ ਵੋਟ ਪਾਉਣ ਦਾ ਮੌਕਾ ਮਿਲਣਾ ਹੈ 19 ਅਕਤੂਬਰ ਨੂੰ, ਦੈਟਸ ਦਾ ਫਾਈਨਲ ਵੋਟਿੰਗ ਡੇ, ਸੈਟਰਡੇ ਨੂੰ। ਜੇ ਸ਼ਨੀਵਾਰ ਨੂੰ ਤੁਸੀਂ ਬਿਜ਼ੀ ਹੋ, ਬਾਈ ਚਾਂਸ ਕਿਤੇ ਅੰਦਰ ਬਾਹਰ ਆਉਣ ਜਾਣ ਦਾ ਤੁਹਾਡਾ ਕਿਤੇ ਕੋਈ ਪ੍ਰੋਗਰਾਮ ਆ, ਉਦੋਂ ਮੀਂਹ ਵੀ ਪੈਣਾ, ਜੇ ਤੁਹਾਨੂੰ ਮੀਂਹ ਤੋਂ ਡਰ ਲੱਗਦਾ, ਵੈਸੇ ਡਰਨ ਵਾਲੀ ਗੱਲ ਕੋਈ ਹੈ ਨਹੀਂ ਹੈ ਜੀ, ਪਰ ਫॉर ਵਾਟ ਐਵਰ ਰੀਜ਼ਨ ਜੇ ਤੁਹਾਨੂੰ ਲੱਗਦਾ ਹੈ ਕਿ ਸ਼ਨੀਵਾਰ ਨੂੰ ਤੁਹਾਨੂੰ ਵੋਟ ਪਾਉਣ ਜਾਣ ਦੇ ਵਿੱਚ ਕੋਈ ਹੋਰ ਰੁਝੇਵੇਂ ਕਰਕੇ ਤੁਸੀਂ ਕੋਈ ਅੜਚਣ ਪੈਦਾ ਹੋ ਸਕਦੀ ਹੈ, ਤਾਂ ਅੱਜ ਐਡਵਾਂਸ ਦੇ ਵਿੱਚ ਵੋਟ ਕੀਤੀ ਜਾ ਸਕਦੀ ਹੈ। ਤੇ ਐਡਵਾਂਸ ਪੋਲਿੰਗ ਸਟੇਸ਼ਨਸ ਅੱਜ ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਤੁਹਾਡੇ ਹਲਕੇ ਦੇ ਵਿੱਚ ਐਡਵਾਂਸ ਪੋਲਿੰਗ ਦਾ ਕਿਹੜਾ ਸਟੇਸ਼ਨ ਹੈ, ਕਿੱਥੇ ਜਾ ਕੇ ਤੁਸੀਂ ਅਗਾਊਂ ਵੋਟ ਪਾ ਸਕਦੇ ਹੋ, ਇਲੈਕਸ਼ਨਸ BC ਦੀ ਵੈਬਸਾਈਟ ਤੇ ਉਹ ਸਾਰੀ ਜਾਣਕਾਰੀ ਅਵੇਲੇਬਲ ਹੈ। ਤੁਹਾਨੂੰ ਵੇਅਰ ਟੂ ਵੋਟ ਕਾਰਡ ਵੀ ਜੇ ਆਇਆ ਹੈ ਤੁਹਾਡੇ ਮੇਲ ਬਾਕਸ ਦੇ ਵਿੱਚ ਘਰੇ, ਤੇ ਉਹਦੇ ਵਿੱਚ ਵੀ ਐਡਵਾਂਸ ਵੋਟਿੰਗ ਵਾਲੀ ਥਾਂ ਦਾ ਲਹਿਦਾ ਐਡਰੈਸ ਲਿਖਿਆ ਹੋਇਆ। 19 ਤਰੀਕ ਨੂੰ ਜਿੱਥੇ ਵੋਟ ਪਾਉਣੀ ਆ, ਦੈਟਸ ਅ ਡਿਫਰੈਂਟ ਐਡਰੈਸ ਇਨ ਮੋਸਟ ਰਾਈਡਿੰਗਸ, ਹੋ ਸਕਦਾ ਕਿਤੇ ਸੇਮ ਵੀ ਹੋਵੇ, ਪਰ ਇਹ ਜ਼ਰੂਰ ਵੇਖਿਓ ਕਿ ਐਡਵਾਂਸ ਪੋਲਿੰਗ ਸਟੇਸ਼ਨਸ ਵਾਸਤੇ ਉਹਨਾਂ ਨੇ ਇੱਕ ਲਹਿਦਾ ਕਾਲਮ, ਇੱਕ ਲਹਿਦਾ ਟੇਬਲ ਬਣਾਇਆ ਹੋਇਆ, ਉਹਦੇ ਵਿੱਚੋਂ ਐਡਰੈਸ ਹੈਗਾ। ਸੋ ਜੇ ਅੱਜ ਵੋਟ ਪਾ ਕੇ ਆਉਣੀ ਆ ਤਾਂ ਅੱਜ ਤੁਹਾਡੇ ਕੋਲ ਸ਼ਾਮ 8 ਵਜੇ ਤੱਕ ਮੌਕਾ, ਜੇ ਅੱਜ ਨਾ ਜਾ ਸਕੇ ਤਾਂ ਫਿਰ 19 ਤਰੀਕ ਨੂੰ ਫਾਈਨਲ ਵੋਟਿੰਗ ਡੇ ਆ, ਵੋਟ ਪਾਇਓ ਜ਼ਰੂਰ, ਇਹ ਬੜਾ ਜ਼ਰੂਰੀ ਹੈ, ਤੁਹਾਡਾ ਹੱਕ ਵੀ ਹੈ, ਤੁਹਾਡੀ ਜ਼ਿੰਮੇਵਾਰੀ ਵੀ ਹੈ। BC ਕੰਜ਼ਰਵੇਟਿਵਸ ਵੱਲੋਂ ਕੱਲ੍ਹ ਫਾਈਨਲੀ ਆਪਣਾ ਪਲੇਟਫਾਰਮ ਜਾਰੀ ਕਰ ਦਿੱਤਾ ਗਿਆ। 113 ਸਫ਼ਿਆਂ ਦਾ ਇਹ ਪਲੇਟਫਾਰਮ ਹੈ, ਜਿਹਦੇ ਵਿੱਚ ਇਹ ਕਹ ਲਓ ਵੀ 28 ਦਿਨਾਂ ਦੀ ਕੈਂਪੇਨ ਦੇ ਵਿੱਚ 25ਵੇਂ ਦਿਨ BC ਕੰਜ਼ਰਵੇਟਿਵਸ ਵੱਲੋਂ ਆਪਣੇ ਪਲੇਟਫਾਰਮ ਨੂੰ ਜਾਰੀ ਕੀਤਾ ਗਿਆ। ਤੇ ਕੱਲ੍ਹ ਜਦੋਂ ਇਸ ਬਾਰੇ ਸਵਾਲ ਪੁੱਛਿਆ ਗਿਆ, ਇਸ ਤੋਂ ਪਹਿਲਾਂ ਵੀ ਜੌਨ ਰਸਟੈਡ ਇਹ ਕਹਿ ਚੁੱਕੇ ਸਨ ਕਿ ਸਾਡੀ ਸਟ੍ਰੈਟਜੀ ਸੀ, ਤਾਂ ਕਿ ਅਸੀਂ ਪਲੇਟਫਾਰਮ ਨੂੰ ਬਾਅਦ ਦੇ ਵਿੱਚ ਇਸ ਕਰਕੇ ਲਿਆਉਣਾ ਚਾਹੁੰਦੇ ਸੀ ਕਿ ਡਿਊਰਿੰਗ ਦਾ ਕੈਂਪੇਨ ਜਿਹੜੇ ਵੀ ਐਲਾਨ ਕੀਤੇ ਗਏ ਨੇ BC ਕੰਜ਼ਰਵੇਟਿਵਸ ਵੱਲੋਂ, ਤਾਂ ਕਿ ਉਹ ਫਰੈਸ਼ ਲੱਗਣ, ਉਹ ਨਵੇਂ ਲੱਗਣ। ਕਿ ਜੇ ਤੁਸੀਂ ਪਹਿਲਾਂ ਹੀ ਪਲੇਟਫਾਰਮ ਜਾਰੀ ਕਰ ਦਿਓ, ਉਹਦੇ ਵਿੱਚ ਸਾਰੀਆਂ ਗੱਲਾਂ ਪਹਿਲਾਂ ਹੀ ਆ ਜਾਂਦੀਆਂ ਨੇ, ਫਿਰ ਜਦੋਂ ਤੁਸੀਂ ਓਵਰ ਦ ਕੋਰਸ ਆਫ ਦ ਕੈਂਪੇਨ ਕੋਈ ਵੀ ਅਨਾਊਂਸਮੈਂਟ ਕਰਦੇ ਹੋ, ਉਹ ਫਿਰ ਬੇਹੀ ਜੀ ਲੱਗਦੀ ਆ। ਵੀ ਉਹ ਹਿਸਾਬ ਹੋਇਆ ਕਿ ਕਿਸੇ ਵਿਅਕਤੀ ਨੂੰ ਕਹਿ ਤਾ ਵੀ ਪਹਿਲਾਂ ਫਿਲਮ ਦੇਖ ਲਾ, ਫਿਰ ਜਿਹੜੀ ਕਿਤਾਬ ਦੇ ਆਧਾਰ ਤੇ ਉਹ ਫਿਲਮ ਬਣੀ ਸੀ ਹੁਣ ਕਿਤਾਬ ਪੜ੍ਹ ਲਾ, ਵੀ ਫਿਰ ਬੰਦੇ ਦੀ ਦਿਲਚਸਪੀ ਨਹੀਂ ਰਹਿੰਦੀ ਕਿਤਾਬ ਪੜ੍ਹਨ ਦੇ ਵਿੱਚ। ਸੋ ਕੱਲ੍ਹ ਆਖਿਰਕਾਰ ਜਿਹੜਾ ਇਹ ਪਲੇਟਫਾਰਮ ਜਾਰੀ ਕੀਤਾ ਗਿਆ,
ਉਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਅਗਲੇ 2 ਸਾਲਾਂ ਦੇ ਵਿੱਚ BC ਕੰਜ਼ਰਵੇਟਿਵਸ ਵੱਲੋਂ $2.3 ਬਿਲੀਅਨ ਐਕਸਟਰਾ ਸਪੈਂਡਿੰਗ ਕੀਤੀ ਜਾਏਗੀ। ਡੈਫਿਸਿਟ 2027 ਤੱਕ $11 ਬਿਲੀਅਨ ਹੋ ਜਾਣਾ। ਸੋ BC ਕੰਜ਼ਰਵੇਟਿਵਸ ਦਾ ਜੌਨ ਰਸਟੈਡ ਦਾ ਕਹਿਣਾ ਹੈ ਕਿ ਇਮੀਡੀਏਟਲੀ ਅਸੀਂ ਬਜਟ ਬੈਲੈਂਸ ਨਹੀਂ ਕਰ ਸਕਦੇ, ਬਜਟ ਤੇ ਬੈਲੈਂਸ ਹੋਏਗਾ 2 ਟਰਮਸ ਦੇ ਵਿੱਚ। ਸੋ 4 ਸਾਲ ਬਜਟ ਬੈਲੈਂਸ ਨਹੀਂ ਹੋਣਾ। ਉਸ ਤੋਂ ਬਾਅਦ ਫਿਰ ਜੇ ਅਗਲੀ ਵਾਰ ਵੀ BC ਕੰਜ਼ਰਵੇਟਿਵਸ ਦੀ ਸਰਕਾਰ ਬਣਦੀ ਆ ਤਾਂ ਸੈਕਿੰਡ ਟਰਮ ਦੇ ਵਿੱਚ ਉਹ ਬਜਟ ਬੈਲੈਂਸ ਕਰਨਗੇ। ਚਲੋ ਖੈਰ, ਬਜਟ ਬੈਲੈਂਸ ਕਰਨ ਦੀ ਗੱਲ ਐਟਲੀਸਟ BC ਕੰਜ਼ਰਵੇਟਿਵਸ ਕਰ ਰਹੇ ਨੇ। BC NDP ਵੱਲੋਂ ਬਜਟ ਨੂੰ ਬੈਲੈਂਸ ਕਰਨ ਸੰਬੰਧੀ ਕੋਈ ਇਸ ਤਰ੍ਹਾਂ ਦੀ ਆਪਣੀ ਪਲੇਟਫਾਰਮ ਦੇ ਵਿੱਚ ਗੱਲ ਨਹੀਂ ਕੀਤੀ ਗਈ ਹੈ। ਜਿਹੜਾ ਡੈਫਿਸਿਟ 2027 ਤੱਕ $11 ਬਿਲੀਅਨ ਹੋ ਜਾਣਾ, ਇਹਦੇ ਵਿੱਚ ਜਿਹੜੇ BC ਕੰਜ਼ਰਵੇਟਿਵਸ ਨੇ ਟੈਕਸ ਦੇ ਵਿੱਚ ਕਟੌਤੀਆਂ ਦੇ ਵਾਅਦੇ ਕੀਤੇ ਨੇ ਉਹ ਫੈਕਟਰ ਇਨ ਨਹੀਂ ਕੀਤੇ ਹੋਏ। ਸੋ ਜਿਹੜੇ ਟੋਟਲ ਟੈਕਸ ਕੱਟ ਪ੍ਰੋਮਿਸ ਕੀਤੇ ਨੇ BC ਕੰਜ਼ਰਵੇਟਿਵਸ ਨੇ, ਉਹਨਾਂ ਦੀ ਟੋਟਲ ਲਾਗਤ ਸਾਲਾਨਾ $4 ਬਿਲੀਅਨ ਤੋਂ ਥੋੜ੍ਹੀ ਜ਼ਿਆਦਾ ਬਣਦੀ ਹੈ। ਸੋ ਲੈਟਸ ਸੇ ਅਬਾਊਟ $4 ਬਿਲੀਅਨ, ਕਿਉਂਕਿ ਇੱਕ ਤਾਂ ਇਹਨਾਂ ਨੇ ਜਿਹੜਾ ਕਾਰਬਨ ਟੈਕਸ ਹਟਾਉਣਾ, ਉਹਦੇ ਨਾਲ ਸਾਲਾਨਾ $3 ਬਿਲੀਅਨ ਦਾ ਸੂਬਾਈ ਮਾਲੀਆ ਨੂੰ ਨੁਕਸਾਨ ਹੋਣਾ। ਇੱਥੇ ਇਹ ਗੱਲ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਪਰ ਇੱਦਾਂ ਨਹੀਂ ਹੈ ਕਿ ਜੇ BC ਕੰਜ਼ਰਵੇਟਿਵ ਦੀ ਸਰਕਾਰ ਜੇ ਬਣ ਜਾਂਦੀ ਹੈ ਤਾਂ ਰਾਈਟ ਵੇ ਕਾਰਬਨ ਟੈਕਸ ਹਟ ਜੂ, ਕਿਉਂਕਿ ਕਾਰਬਨ ਟੈਕਸ ਦੇ ਵਿੱਚ ਹੈਗਾ ਫੈਡਰਲ ਸਰਕਾਰ ਦਾ ਲੀਗਲ ਬੈਕਸਟਾਪ। ਜੇ BC ਦੇ ਵਿੱਚ ਸੂਬਾ ਸਰਕਾਰ ਆਪਣਾ ਕਾਰਬਨ ਟੈਕਸ ਹਟਾ ਵੀ ਦਿੰਦੀ ਆ ਤਾਂ ਇਸ ਵੇਲੇ ਕਾਨੂੰਨ ਇਹ ਆ ਫਿਰ ਫੈਡਰਲ ਕਾਰਬਨ ਟੈਕਸ ਨੇ ਟੇਕ ਓਵਰ ਕਰ ਲੈਣਾ। ਸੋ ਜਦੋਂ ਤੱਕ ਫੈਡਰਲ ਪੱਧਰ ਤੇ ਕਾਰਬਨ ਟੈਕਸ ਨਹੀਂ ਹਟਦਾ ਉਦੋਂ ਤੱਕ ਸੂਬਾਈ ਪੱਧਰ ਵਾਲਾ ਕਾਰਬਨ ਟੈਕਸ ਹਟਾਇਆ ਜਾਂ ਨਾ ਹਟਾਇਆ ਇੱਕੋ ਬਰਾਬਰ ਆ, ਕਿਉਂਕਿ ਜਿਹੜੇ ਸੂਬਿਆਂ ਦੇ ਵਿੱਚ ਸੂਬਾਈ ਕਾਰਬਨ ਟੈਕਸ ਨਹੀਂ ਹੈ ਉੱਥੇ ਡਾਇਰੈਕਟਲੀ ਫੈਡਰਲ ਕਾਰਬਨ ਟੈਕਸ ਲਾਗੂ ਹੁੰਦਾ। ਜਿਹੜੇ ਸੂਬਿਆਂ ਦੇ ਵਿੱਚ ਸੂਬਾਈ ਕਾਰਬਨ ਟੈਕਸ ਹੈ, ਜਿਵੇਂ ਕਿਊਬੈਕ ਦੇ ਵਿੱਚ ਹੈ, ਆਪਣੇ BC 'ਚ, ਉੱਥੇ ਫਿਰ ਫੈਡਰਲ ਕਾਰਬਨ ਟੈਕਸ ਨਹੀਂ ਲੱਗਦਾ, ਕਿਉਂਕਿ ਦੋਨਾਂ ਦਾ ਅਮਾਊਂਟ ਸੇਮ ਹੀ ਆ। ਹਾਂ, ਜੇ ਸੂਬਾ ਆਪਣਾ ਕਾਰਬਨ ਟੈਕਸ ਘਟਾਏਗਾ ਜਾਂ ਹਟਾਏਗਾ ਤਾਂ ਫਿਰ ਉਸ ਨੂੰ ਫੈਡਰਲ ਕਾਰਬਨ ਟੈਕਸ ਦੇ ਇਕਸੁਰ ਕਰਨ ਦੇ ਲਈ ਫੈਡਰਲ ਕਾਰਬਨ ਟੈਕਸ ਨੇ ਟੇਕ ਓਵਰ ਕਰ ਲੈਣਾ। ਸੋ ਕਾਰਬਨ ਟੈਕਸ ਨੂੰ ਹਟਾਉਣ ਵਾਲਾ ਵਾਅਦਾ ਉਦੋਂ ਤੱਕ ਫਲੀਭੂਤ ਨਹੀਂ ਹੋ ਸਕਦਾ ਜਦੋਂ ਤੱਕ ਫੈਡਰਲ ਸਰਕਾਰ ਆਪਣਾ ਲੀਗਲ ਬੈਕਸਟਾਪ ਇੱਥੋਂ ਨਹੀਂ ਹਟਾਉਂਦੀ। ਪਰ ਜਦੋਂ ਕਾਰਬਨ ਟੈਕਸ ਹਟਿਆ ਉਹਦੇ ਨਾਲ $3 ਬਿਲੀਅਨ ਦਾ ਜਿਹੜਾ ਰੈਵਨਿਊ ਲਾਸ ਹੋਣਾ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ। ਫਿਰ ਜਿਹੜੀ ਹੋਮ ਓਨਰਸ ਤੇ ਰੈਂਟਰਸ ਵਾਸਤੇ 2026 ਤੋਂ BC ਕੰਜ਼ਰਵੇਟਿਵਸ ਨੇ ਰਸਟੈਡ ਰੀਬੇਟ ਪ੍ਰੋਮਿਸ ਕੀਤੀ ਹੋਈ ਆ, ਜਿਹੜੀ ਕਿ 2026 ਤੋਂ ਤੁਸੀਂ ਆਪਣਾ ਕਿਰਾਏ ਜਾਂ ਆਪਣੇ ਮੌਰਗੇਜ ਦਾ $1500 ਪਰ ਮੰਥ ਆਪਣੀ ਇਨਕਮ ਚੋਂ ਰਾਈਟ ਆਫ ਕਰਕੇ ਉੱਤੇ ਤੁਹਾਨੂੰ ਟੈਕਸ ਬ੍ਰੇਕ ਮਿਲ ਜਾਣੀ ਆ। ਉਹ ਰਾਈਟ ਆਫੇਬਲ ਅਮਾਊਂਟ ਹੋ ਜਾਏਗਾ ਤੇ ਫਿਰ ਹਰ ਸਾਲ ਉਹਦੇ ਵਿੱਚ $500 ਵਧਣਾ ਤੇ ਸਾਲ 2029 ਆਉਣ ਤੱਕ ਤੁਸੀਂ $3000 ਤੱਕ ਰਾਈਟ ਆਫ ਕਰ ਸਕੋਗੇ। ਇਹ ਰਸਟੈਡ ਰੀਬੇਟ ਜਿਹੜਾ ਚੋਣ ਵਾਅਦਾ ਹੈ BC ਕੰਜ਼ਰਵੇਟਿਵਸ ਦਾ, ਉਹਦੇ ਤੇ ਖਰਚਾ ਆਉਣਾ $900 ਮਿਲੀਅਨ ਸਾਲਾਨਾ, ਜਦੋਂ ਪਹਿਲੇ ਸਾਲ ਦੇ ਵਿੱਚ ਜਦੋਂ ਤੁਸੀਂ $1500 ਹੀ ਰਾਈਟ ਆਫ ਕਰ ਸਕਦੇ ਹੋ। ਜਦੋਂ ਇਹ ਪ੍ਰੋਗਰਾਮ ਫੁੱਲੀ ਇੰਪਲੀਮੈਂਟ ਹੋ ਗਿਆ 2029 ਤੱਕ, ਉਦੋਂ ਖਰਚਾ ਵੱਧ ਕੇ ਹੋ ਜਾਣਾ $3.5 ਬਿਲੀਅਨ ਪਰ ਈਅਰ। ਪਰ ਜੇ ਆਪਾਂ ਜੇ ਬੇਸ ਅਮਾਊਂਟਸ ਲੈ ਕੇ ਚੱਲੀਏ, ਕਾਰਬਨ ਟੈਕਸ ਹਟਾਇਆ $3 ਬਿਲੀਅਨ, ਰਸਟੈਡ ਰੀਬੇਟ ਦੇ $900 ਮਿਲੀਅਨ, ਫਿਰ BC ਕੰਜ਼ਰਵੇਟਿਵਸ ਨੇ ਵਾਅਦਾ ਇਹ ਵੀ ਕੀਤਾ ਹੋਇਆ ਕਿ ਸਮਾਲ ਬਿਜ਼ਨਸਿਸ ਦੇ ਉੱਪਰ ਜਿਹੜਾ ਇਨਕਮ ਟੈਕਸ ਲੱਗਦਾ ਉਹਦੇ ਵਿੱਚ 1% ਦੀ ਕਟੌਤੀ ਕਰਨਗੇ। ਅਲਟੀਮੇਟਲੀ ਇਹਨਾਂ ਦਾ ਟੀਚਾ ਇਹ ਆ ਕਿ ਸਮਾਲ ਬਿਜ਼ਨਸਿਸ ਦੇ ਸਿਰ ਤੇ ਲੱਗਣ ਵਾਲਾ ਉਹ ਟੈਕਸ ਹਟਾਇਆ ਜਾਵੇ। ਉਹ ਚਲੋ ਬਾਅਦ ਦੀਆਂ ਗੱਲਾਂ ਨੇ ਉਹ, ਪਰ ਹਜੇ ਜਿਹੜਾ ਇਹਨਾਂ ਦਾ ਫੌਰੀ ਵਾਅਦਾ ਹੈ ਕਿ ਜੇ ਸਰਕਾਰ ਬਣਦੀ ਆ, ਜੇ ਜੌਨ ਰਸਟੈਡ ਪ੍ਰੀਮੀਅਰ ਬਣਦੇ ਨੇ ਤਾਂ ਸਮਾਲ ਬਿਜ਼ਨਸਿਸ ਵਾਸਤੇ 1% ਦਾ ਟੈਕਸ ਕੱਟ ਕਰਨਗੇ। ਉਹਦਾ ਵੀ ਸਾਲਾਨਾ $150 ਮਿਲੀਅਨ ਖਰਚਾ ਆਉਣਾ ਹੈ। ਇਸ ਤੋਂ ਕੁੱਲ ਮਿਲਾ ਕੇ ਜਿਹੜੀ ਇਹ ਡੈਫਿਸਿਟ ਦੀ $11 ਬਿਲੀਅਨ ਦੀ ਪ੍ਰੋਜੈਕਸ਼ਨ ਆ, ਉਹਦੇ ਵਿੱਚੋਂ ਤੁਹਾਨੂੰ ਇਹ ਕਹਿ ਲਓ ਕਿ ਉਹਦੇ ਵਿੱਚ $4 ਬਿਲੀਅਨ ਫੈਕਟਰ ਨਹੀਂ ਕੀਤੇ ਹੋਏ, ਅਕਾਊਂਟ ਫॉर ਨਹੀਂ ਕੀਤੇ ਹੋਏ। ਫਿਰ ਇਸ ਤੋਂ ਇਲਾਵਾ ਇਸ ਪਲੇਟਫਾਰਮ ਦੇ ਵਿੱਚ ਸਿਵਿਕ ਇਨਫਰਾਸਟ੍ਰਕਚਰ ਤੇ ਸਾਲਾਨਾ $1 ਬਿਲੀਅਨ ਇਨਵੈਸਟ ਕਰਨਾ, ਸਿਟੀਜ਼ ਦੇ ਵਿੱਚ ਇਨਫਰਾਸਟ੍ਰਕਚਰ ਬਿਹਤਰ ਕੀਤਾ ਜਾ ਸਕੇ। ਫਿਰ ਟਰਾਂਸਲਿੰਕ ਨੂੰ 2026 ਤੇ 2027 ਦੇ ਵਿੱਚ $580 ਮਿਲੀਅਨ ਪਰ ਈਅਰ ਦੇਣੇ, ਉਹਦੀ ਕਮਿਟਮੈਂਟ ਵੀ ਇਸ ਪਲੇਟਫਾਰਮ 'ਚ ਕੀਤੀ ਗਈ ਆ, ਕਿਉਂਕਿ ਟਰਾਂਸਲਿੰਕ ਵਾਲੇ ਇਹੀ ਕਹਿੰਦੇ ਨੇ ਨਾ ਕਿ 2026 ਤੋਂ ਬਾਅਦ ਸਾਡੇ ਕੋਲ $600 ਮਿਲੀਅਨ ਦਾ ਸ਼ਾਰਟਫਾਲ ਹੋਣਾ। ਸੋ 2026 ਤੋਂ ਉਸ ਸ਼ਾਰਟਫਾਲ ਨੂੰ ਫਿਲ ਕਰਨ ਲਈ ਇਸ BC ਕੰਜ਼ਰਵੇਟਿਵ ਦੇ ਪਲੇਟਫਾਰਮ ਦੇ ਵਿੱਚ ਵਾਅਦਾ ਕੀਤਾ ਗਿਆ। ਜਿਹੜੇ ਕੁਝ ਵੱਡੇ ਪ੍ਰੋਮਿਸਿਸ ਕੀਤੇ ਨੇ ਮੇਜਰ ਕੈਪੀਟਲ ਜਿਹੜੇ ਪ੍ਰੋਜੈਕਟਸ ਸੰਬੰਧੀ, ਉਹਨਾਂ ਦਾ ਪ੍ਰਾਈਸ ਟੈਗ ਇੰਕਲੂਡ ਨਹੀਂ ਕੀਤਾ ਗਿਆ ਕੱਲ੍ਹ ਦੇ ਇਸ ਪਲੇਟਫਾਰਮ ਦੇ ਵਿੱਚ BC ਕੰਜ਼ਰਵੇਟਿਵਸ ਦੇ ਪਲੇਟਫਾਰਮ 'ਚ। ਜੌਨ ਰਸਟੈਡ ਨੇ ਪਰਸੋਂ ਸਰੀ ਦੇ ਵਿੱਚ ਨਵਾਂ ਚਿਲਡਰਨਜ਼ ਹਸਪੀਟਲ ਉਸਾਰਨ ਦੀ ਗੱਲ ਕੀਤੀ ਸੀ। ਖਰਚਾ ਕਿੰਨਾ ਆਊ, ਪਲੇਟਫਾਰਮ ਸ਼ਾਮਲ ਨਹੀਂ ਆ। ਸਰੀ ਨਿਊਟਨ ਤੱਕ ਸਕਾਈ ਟ੍ਰੇਨ ਲਿਆਉਣ ਦੀ ਗੱਲ ਵੀ ਬੀਤੇ ਦਿਨੀ, ਉਹ ਵਾਅਦਾ ਵੀ BC ਕੰਜ਼ਰਵੇਟਿਵਸ ਕਰ ਚੁੱਕੇ ਨੇ। ਉੱਤੇ ਖਰਚਾ ਕਿੰਨਾ ਆਊ,
ਉਹ ਪ੍ਰਾਈਸ ਟੈਗ ਇਹਦੇ ਵਿੱਚ ਸ਼ਾਮਲ ਨਹੀਂ ਹੈ। ਆਇਰਨ ਵਰਕਰਸ ਮੈਮੋਰੀਅਲ ਬ੍ਰਿਜ ਦੀ ਰਿਪਲੇਸਮੈਂਟ, ਜਾਰਜ ਮੈਸੀ ਟਨਲ ਦੀ ਰਿਪਲੇਸਮੈਂਟ ਤੇ ਜਿਹੜੇ ਸੂਬੇ ਦੇ ਬਾਕੀ ਹਿੱਸਿਆਂ ਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਜੈਕਟਸ ਨੇ, ਉਹ ਜਿਹੜਾ ਓਕਨਾਗਨ ਲੇਕ ਦੇ ਉੱਪਰ ਨਵਾਂ ਬ੍ਰਿਜ ਬਣਾਉਣਾ, ਪੀਸ ਰਿਵਰ ਦੇ ਉੱਪਰ ਬ੍ਰਿਜ ਨੂੰ ਅਪਗ੍ਰੇਡ ਕਰਨਾ, ਹਾਈਵੇਜ਼ ਨੂੰ, ਵੱਖੋ ਵੱਖਰੇ ਹਾਈਵੇਜ਼ ਨੂੰ ਐਕਸਪੈਂਡ ਕਰਨਾ ਜਾਂ ਉਹਦੇ ਵਿੱਚ ਅਪਡੇਟਸ ਕਰਨੀਆਂ, ਉਹਨਾਂ ਦੇ ਉੱਪਰ ਕਿੰਨਾ ਖਰਚਾ ਆਉਣਾ, ਇਹ ਇਸ ਪਲੇਟਫਾਰਮ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਹੈਲਥ ਕੇਅਰ ਬਾਰੇ ਆਈ ਥਿੰਕ ਇਹ ਗੱਲ ਬੜੀ ਇੰਪੋਰਟੈਂਟ ਆ ਤੇ ਇਹਨੂੰ ਸਮਝਣਾ ਬੜਾ ਜ਼ਰੂਰੀ ਆ। ਹੈਲਥ ਕੇਅਰ ਦੇ ਮਾਮਲੇ ਦੇ ਵਿੱਚ BC ਕੰਜ਼ਰਵੇਟਿਵਸ ਉੱਪਰ ਬੜੇ ਹਮਲੇ ਕਰਦੇ ਆ ਰਹੇ ਨੇ ਨਿਰੰਤਰ। NDP ਤੁਸੀਂ ਐਡਸ ਵੀ ਸੁਣੀਆਂ ਨੇ ਜਿਹਦੇ ਵਿੱਚ ਕਹਿੰਦੇ ਨੇ ਕਿ ਜੀ $4.1 ਬਿਲੀਅਨ ਹੈਲਥ ਕੇਅਰ ਦੇ ਵਿੱਚੋਂ ਕਟੌਤੀ ਕਰ ਦੇਣੀ ਆ ਜੇ ਜੌਨ ਰਸਟੈਡ ਪ੍ਰੀਮੀਅਰ ਬਣ ਗਏ। ਉਹ ਵੀ ਜਿਹੜਾ ਨੰਬਰ ਹੈ ਨਾ, ਉਹ ਕਿਸ ਹਿਸਾਬ ਨਾਲ ਕੈਲਕੂਲੇਟ ਕੀਤਾ ਗਿਆ, ਉਹਦੇ ਬਾਰੇ ਮੈਂ ਅੱਜ ਕੱਲ੍ਹ ਤੁਹਾਡੇ ਨਾਲ ਗੱਲ ਸਾਂਝੀ ਜ਼ਰੂਰ ਕਰੂੰਗਾ, ਕਿਉਂਕਿ ਜੇ ਹੁਣ ਕਰਨ ਲੱਗੇ ਤਾਂ ਫਿਰ ਆ ਪਲੇਟਫਾਰਮ ਵਾਲੀ ਗੱਲ ਨਹੀਂ ਤੋਂ ਲੈ ਜਾਣੀ ਆ। ਪਰ ਚੇਤੇ ਰੱਖਣ ਵਾਲੀ ਗੱਲ ਇਹ ਹੈ ਕਿ ਜਿਹੜਾ ਕੱਲ੍ਹ ਪਲੇਟਫਾਰਮ ਸਾਂਝਾ ਕੀਤਾ ਗਿਆ, ਉਹਦੇ ਵਿੱਚ BC ਕੰਜ਼ਰਵੇਟਿਵਸ ਨੇ ਸਗੋਂ ਵਾਅਦਾ ਇਹ ਕੀਤਾ ਕਿ ਅਗਲੇ 2 ਸਾਲਾਂ ਦੇ ਵਿੱਚ BC ਕੰਜ਼ਰਵੇਟਿਵਸ ਵੱਲੋਂ ਟੋਟਲ $1.4 ਬਿਲੀਅਨ ਹੈਲਥ ਕੇਅਰ ਦੇ ਵਿੱਚ ਸਗੋਂ ਹੋਰ ਇਨਵੈਸਟ ਕੀਤੇ ਜਾਣਗੇ। 900 ਮਿਲੀਅਨ ਅਗਲੇ ਸਾਲ, 500 ਮਿਲੀਅਨ ਉਸ ਤੋਂ ਅਗਲੇ ਸਾਲ। ਸੋ ਜਿਹੜਾ ਇੱਕ ਉਹ ਅਟੈਕ BC ਕੰਜ਼ਰਵੇਟਿਵਸ ਤੇ ਹੋ ਰਿਹਾ ਸੀ ਕਿ ਉਹਨਾਂ ਨੇ ਹੈਲਥ ਕੇਅਰ ਦੇ ਵਿੱਚੋਂ ਪੈਸੇ ਕੱਟ ਕਰ ਦੇਣੇ ਨੇ, ਉਸ ਨੂੰ ਇਸ ਪਲੇਟਫਾਰਮ ਦੇ ਵਿੱਚ ਕੱਲ੍ਹ ਹੈਲਥ ਕੇਅਰ ਦੇ ਵਿੱਚ ਸਗੋਂ ਅਗਲੇ 2 ਸਾਲਾਂ 'ਚ ਐਕਸਟਰਾ ਪੈਸੇ ਇਨਵੈਸਟ ਕਰਨ ਦੀ ਜਿਹੜੀ ਗੱਲ ਕਰਕੇ ਬਲੰਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਹਾਲਾਂਕਿ NDP ਦਾ ਇਹ ਕਹਿਣਾ ਕਿ ਇਸ ਪਲੇਟਫਾਰਮ ਦੇ ਵਿੱਚ ਜਿਹੜੇ ਅਗਲੇ 2 ਸਾਲਾਂ 'ਚ ਐਕਸਟਰਾ ਖਰਚੇ ਦੀ ਗੱਲ ਕਰ ਰਹੇ ਨੇ, ਉਹ ਖਰਚੇ ਤੇ ਆਲਰੇਡੀ ਜਿਹੜੇ ਫੈਕਟਰ ਇਨ ਹੋਏ ਨੇ, ਇਹਨਾਂ ਨੇ ਉਹਨਾਂ ਨੂੰ ਹੀ ਆਪਣੇ ਪਲੇਟਫਾਰਮ ਸ਼ਾਮਲ ਕਰ ਲਿਆ। ਸੋ ਖੈਰ ਉਹਦੇ ਬਾਰੇ ਵੀ ਅੱਗੇ ਚੱਲ ਕੇ ਗੱਲ ਕਰਾਂਗੇ। ਸਭ ਤੋਂ ਵੱਡਾ ਸਵਾਲ ਇਹ ਆ ਕਿ ਪੈਸੇ ਕਿੱਥੋਂ ਆਉਣਗੇ। ਵਾਅਦੇ ਤੇ ਬਹੁਤ ਲੁਭਾਵਨੇ ਲੱਗਦੇ ਨੇ, ਵਧੀਆ ਲੱਗਦੇ ਨੇ, ਪਰ ਪੈਸੇ ਕਿੱਥੋਂ ਆਉਣੇ ਨੇ, ਸਵਾਲ ਇੱਥੇ ਆ। ਇੱਕ ਗੱਲ ਬੜੀ ਕਲੀਅਰ ਕੀਤੀ ਗਈ ਹੈ ਕਿ ਟੈਕਸ ਵਧਾ ਕੇ ਜਿਹੜਾ ਰੈਵਨਿਊ ਆ ਉਹ ਨਹੀਂ ਖੜਾ ਕਰਨਾ BC ਕੰਜ਼ਰਵੇਟਿਵਸ ਨੇ, ਕਿਉਂਕਿ ਇਸ ਪਲੇਟਫਾਰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਟੈਕਸ ਦੇ ਵਿੱਚ ਵਾਧੇ ਦੀ ਕੋਈ ਗੱਲ ਨਹੀਂ ਆਖੀ ਗਈ। ਜਿਵੇਂ ਕਿ ਗ੍ਰੀਨ ਪਾਰਟੀ ਵਾਲੇ ਪਲੇਟਫਾਰਮ ਦੇ ਵਿੱਚ ਉਹਨਾਂ ਨੇ ਤੇ ਆਪਣਾ ਰੈਵਨਿਊ ਦਾ ਇੱਕ ਮੇਨ ਸਰੋਤ ਹੀ ਟੈਕਸ ਵਧਾ ਕੇ ਕਰਨਾ ਨਾ। BC NDP ਵੱਲੋਂ ਵੀ ਵੇਕੈਂਸੀ ਤੇ ਸਪੈਕੂਲੇਸ਼ਨ ਟੈਕਸ ਵਿਚਲੇ ਵਾਧੇ ਦੀ ਗੱਲ ਆਪਣੇ ਪਲੇਟਫਾਰਮ 'ਚ ਆਖੀ ਗਈ ਆ, ਪਰ BC ਕੰਜ਼ਰਵੇਟਿਵਸ ਨੇ ਕਿਸੇ ਵੀ ਤਰ੍ਹਾਂ ਦੇ ਟੈਕਸ ਦੇ ਵਿੱਚ ਕੋਈ ਵੀ ਵਾਧੇ ਦੀ ਗੱਲ ਨਹੀਂ ਆਖੀ, ਸਗੋਂ ਟੈਕਸ ਹਟਾਉਣ ਦੀਆਂ ਗੱਲਾਂ ਹੀ ਕੀਤੀਆਂ ਨੇ। ਫਿਰ ਪੈਸੇ ਕਿੱਥੋਂ ਆਉਣੇ ਨੇ? ਸੋ ਜੌਨ ਰਸਟੈਡ ਦਾ ਕਹਿਣਾ ਹੈ ਕਿ BC ਕੰਜ਼ਰਵੇਟਿਵਸ ਸੂਬੇ ਦੀ ਇਕੋਨਮੀ ਨੂੰ, ਆਰਥਿਕਤਾ ਨੂੰ ਹੁਲਾਰਾ ਦੇਣਗੇ। BC ਕੰਜ਼ਰਵੇਟਿਵਸ ਸਾਲ 2030 ਤੱਕ $10.4 ਬਿਲੀਅਨ ਪਰ ਈਅਰ ਐਕਸਟਰਾ ਰੈਵਨਿਊ ਜਨਰੇਟ ਕਰਨਗੇ, ਕਿਉਂਕਿ ਜਿਹੜਾ ਸਾਡਾ ਰੀਸੋਰਸ ਸੈਕਟਰ ਆ, ਜੌਨ ਰਸਟੈਡ ਦਾ ਇਹ ਕਹਿਣਾ ਸੀ ਕਿ ਉਹਦੇ ਰਾਹੀਂ ਜਦੋਂ ਅਸੀਂ ਉਹਨੂੰ ਹੁਲਾਰਾ ਦਿੰਦੇ ਆ ਤਾਂ ਉਹਦੇ ਨਾਲ ਸਾਡੀ ਇਕੋਨਮੀ ਦੇ ਵਿੱਚ ਐਕਟੀਵਿਟੀ ਵੱਧ ਜਾਣੀ ਆ। ਨਾਲ ਹੀ ਉਹਨਾਂ ਨੇ ਇਹ ਵੀ ਆਖਿਆ ਕਿ ਸਰਕਾਰ ਵੱਲੋਂ ਜਿਹੜੇ ਫਾਲਤੂ ਖਰਚੇ ਕੀਤੇ ਜਾਂਦੇ ਨੇ, ਅਸੀਂ ਉਹਨਾਂ ਦਾ ਵੀ ਰਿਵਿਊ ਕਰਾਂਗੇ ਤਾਂ ਕਿ ਸਰਕਾਰੀ ਸਪੈਂਡਿੰਗ ਜਿਹੜੇ ਵੱਖੋ ਵੱਖਰੇ ਪਹਿਲੂ ਨੇ ਉਹਦੇ ਵਿੱਚ ਘਟਾਈ ਜਾ ਸਕੇ, ਜਿੱਥੇ ਵੇਸਟਫੁਲ ਖਰਚਾ ਹੋ ਰਿਹਾ ਉਹਨੂੰ ਘਟਾਇਆ ਜਾ ਸਕੇ। ਇਸ ਪਲੇਟਫਾਰਮ ਦੇ ਵਿੱਚ ਪੇਸ਼ਨਗੋਈ ਇਹ ਕੀਤੀ ਗਈ ਆ ਕਿ ਸੂਬੇ ਦੀ ਆਰਥਿਕਤਾ 5.4% ਦੀ ਦਰ ਤੇ ਗਰੋ ਕਰੇਗੀ। ਹੁਣ ਇਹ ਬੜੀ ਆਪਟੀਮਿਸਟਿਕ ਫੋਰਕਾਸਟ ਆ। NDP ਵਾਲਿਆਂ ਨੇ ਜਿਹੜੀ ਪ੍ਰੋਜੈਕਸ਼ਨ ਕੀਤੀ ਸੀ ਆਪਣੇ ਪਲੇਟਫਾਰਮ 'ਚ, ਉਹਨਾਂ ਦਾ ਇਹ ਕਹਿਣਾ ਕਿ ਸੂਬੇ ਦੀ ਆਰਥਿਕਤਾ ਆਉਂਦੇ ਸਾਲਾਂ ਦੇ ਵਿੱਚ 3.1% ਦੀ ਦਰ ਤੇ ਗਰੋ ਕਰੇਗੀ। ਸੋ NDP ਦਾ ਕਹਿਣਾ, NDP ਦੀ ਪ੍ਰੋਜੈਕਸ਼ਨ 3.1%, BC ਕੰਜ਼ਰਵੇਟਿਵਸ ਦੀ ਪ੍ਰੋਜੈਕਸ਼ਨ 5.4% ਗਰੋਥ। ਪਰ TD ਬੈਂਕ ਨੇ ਇੱਕ ਐਸਟੀਮੇਟ ਲਾਇਆ ਸੀ, ਉਹਨਾਂ ਦਾ ਇਹ ਕਹਿਣਾ ਸੀ ਕਿ 2026 ਦੇ ਵਿੱਚ BC ਦੇ ਵਿੱਚ ਰੀਅਲ GDP ਗਰੋਥ ਸਿਰਫ 1.9% ਹੋਣੀ ਆ। ਕਾਨਫਰੰਸ ਬੋਰਡ ਆਫ ਕੈਨੇਡਾ ਵਾਲੇ ਇਹ ਕਹਿ ਚੁੱਕੇ ਨੇ ਕਿ 2027 ਤੇ 2028 ਦੇ ਵਿੱਚ ਜਿਹੜੀ ਇਕਨੋਮਿਕ ਗਰੋਥ BC ਦੇ ਵਿੱਚ ਆ ਉਹ 2.1% ਹੋਣੀ ਆ। ਸੋ ਜੇ ਆਪਾਂ ਇਹਦੀ ਐਵਰੇਜ ਵੀ ਲੈ ਲਈਏ ਕਿ TD ਬੈਂਕ ਦਾ 1.9, ਕਾਨਫਰੰਸ ਬੋਰਡ ਦਾ 2.1, ਸੋ 2% ਦੇ ਨੇੜੇ ਤੇੜੇ ਆਰਥਿਕਤਾ ਗਰੋ ਕਰ ਸਕਦੀ ਹੈ। ਇਹ TD ਬੈਂਕ ਦਾ ਤੇ ਵੱਖੋ ਵੱਖਰੇ ਜਿਹੜੇ ਕਾਨਫਰੰਸ ਬੋਰਡ ਆ ਤੇ ਕੁਝ ਹੋਰ ਜਿਹੜੇ ਅਧਿਐਨ ਕਰਨ ਵਾਲੇ ਉਹਨਾਂ ਦਾ ਇਹ ਕਹਿਣਾ। ਪਰ BC NDP ਦਾ ਇਹ ਕਹਿਣਾ ਕਿ ਪ੍ਰੋਜੈਕਸ਼ਨ ਇਹ ਹੈ 3.1% ਗਰੋਥ ਤੇ BC ਕੰਜ਼ਰਵੇਟਿਵ ਦਾ ਕਹਿਣਾ 5.4% ਗਰੋਥ। ਸੋ ਇਹ ਕਾਫੀ ਜ਼ਿਆਦਾ ਆਪਟੀਮਿਸਟਿਕ ਲੱਗਦੀ ਹੈ ਗੱਲ। ਫਿਰ ਇਕੋਨਮੀ ਨੂੰ ਬੂਸਟ ਕਰਨਾ ਕਿਵੇਂ, ਇਹ 5.4% ਗਰੋਥ ਕਿਵੇਂ ਹਾਸਲ ਹੋਊ, ਇਹਦੇ ਬਾਰੇ ਜੌਨ ਰਸਟੈਡ ਨੇ ਇੱਕ ਐਗਜ਼ਾਮਪਲ ਇਹ ਦਿੱਤਾ। ਉਹਨਾਂ ਦਾ ਕਹਿਣਾ ਵੀ BC ਦੇ ਵਿੱਚ 16 ਤੋਂ 17 ਅਜਿਹੀਆਂ ਮਾਈਨਸ ਨੇ ਜਿਹੜੀਆਂ ਰੈਡੀ ਟੂ ਗੋ ਨੇ। ਜੇ ਅਸੀਂ ਉਹਨਾਂ ਨੂੰ ਛੇਤੀ ਉਹਨਾਂ ਦਾ ਕੰਮ ਸ਼ੁਰੂ ਕਰਾ ਲੈਂਦੇ ਹਾਂ, $38 ਬਿਲੀਅਨ ਦੀ ਇਨਵੈਸਟਮੈਂਟ ਹੋਏਗੀ, ਉਹਦੇ ਨਾਲ 4.1 ਤੋਂ 4.2 ਬਿਲੀਅਨ ਦਾ ਸਾਲਾਨਾ ਡਾਇਰੈਕਟ ਰੈਵਨਿਊ ਆਊਗਾ। ਉਹਨਾਂ ਦਾ ਇਹ ਕਹਿਣਾ ਵੀ ਜੇ ਆ ਮਾਈਨਸ ਹੀ ਚੱਲਦੀਆਂ ਹੋ ਗਈਆਂ, ਸਾਡੇ ਡੈਫੀਸਿਟਸ ਤਾਂ ਕਾਫੀ ਹੱਦ ਤੱਕ ਇਹਨਾਂ ਨਹੀਂ ਠੀਕ ਠਾਕ ਕਰ ਦੇਣੇ ਨੇ। ਬਾਕੀ ਲਾਈਕ ਆਈ ਸੈਡ ਕਿ ਜੌਨ ਰਸਟੈਡ ਨੇ ਵਾਅਦਾ ਇਹ ਵੀ ਕੀਤਾ ਕਿ ਸਰਕਾਰੀ ਐਕਸਪੈਂਸਿਸ ਰਿਵਿਊ ਕਰਨਗੇ
ਤੇ ਇੱਕ ਉਹਨਾਂ ਨੇ ਹੋਰ ਗੱਲ ਆਖੀ, ਕਹਿੰਦੇ ਜਦੋਂ ਜੌਬਸ ਰਿਪੋਰਟ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੇ ਜੌਬਸ ਰਿਪੋਰਟ ਦੇ ਵਿੱਚ ਪ੍ਰੋਪਰ ਬ੍ਰੇਕਡਾਊਨ ਦੇਵਾਂਗੇ ਕਿ ਪਬਲਿਕ ਤੇ ਪ੍ਰਾਈਵੇਟ ਜੌਬਸ ਕਿੰਨੀਆਂ ਨੇ, ਕਿਉਂਕਿ ਸਰਕਾਰੀ ਨੌਕਰੀਆਂ ਦੇ ਵਿੱਚ ਜਾਂ ਸਰਕਾਰੀ ਜਦੋਂ ਦਫ਼ਤਰਾਂ ਦੇ ਵਿੱਚ ਨਵੇਂ ਅਧਿਕਾਰੀਆਂ ਨੂੰ ਭਰ ਕੇ ਭਰਤੀ ਕਰਕੇ ਸਰਕਾਰੀ ਸਿਸਟਮ ਨੂੰ ਇੰਨਾ ਬਲੋਟ ਕਰ ਦਿੱਤਾ, ਉਹ 'ਚ ਖਰਚੇ ਇੰਨੇ ਵਧਾ ਤੇ ਉਹਨਾਂ ਜੌਬਸ ਨੂੰ ਜਦੋਂ ਜੌਬ ਨੰਬਰਸ ਦੇ ਵਿੱਚ ਲਾ ਕੇ ਵੇਖਿਆ ਜਾਂਦਾ ਤਾਂ ਫਿਰ ਲੱਗਦਾ ਵੀ ਸੂਬੇ ਦੀ ਆਰਥਿਕਤਾ ਬੜੀ ਵਧੀਆ ਚੱਲ ਰਹੀ ਆ, ਇੱਥੇ ਤੇ ਜੌਬਸ ਬੜੀਆਂ ਕ੍ਰੀਏਟ ਹੋ ਰਹੀਆਂ ਨੇ। ਪਰ ਅਸਲ ਦੇ ਵਿੱਚ ਜਿਹੜੀ ਸਥਿਤੀ ਆ ਉਹ ਵੱਖਰੀ ਹੁੰਦੀ ਆ, ਕਿਉਂਕਿ ਪ੍ਰਾਈਵੇਟ ਸੈਕਟਰ ਦੀਆਂ ਜੌਬਸ ਇੰਨੀਆਂ ਨਹੀਂ ਬਣ ਰਹੀਆਂ। ਹਾਲਾਂਕਿ ਵੈਸੇ ਜਿਹੜੀ ਲੇਟੈਸਟ ਜੌਬ ਰਿਪੋਰਟ ਆਈ ਆ ਉਹਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 18,000 ਨੌਕਰੀਆਂ ਘਟੀਆਂ ਨੇ। BC lost 18,000 jobs as per the latest job report। ਉਹਦੇ ਵਿੱਚੋਂ ਜ਼ਿਆਦਾ ਜੌਬਸ ਵੈਸੇ ਪਾਰਟ ਟਾਈਮ ਸੀ। ਸੋ ਇਹ ਸਾਰੀ ਕੁੱਲ ਮਿਲਾ ਕੇ ਗੱਲਬਾਤ ਹੋਈ ਹੈ ਜੀ। ਪਰ ਬਜਟ ਨੂੰ ਬੈਲੈਂਸ ਕਰਨ ਦੀ ਗੱਲ ਇਹ ਜੌਨ ਰਸਟਡ ਪਹਿਲਾਂ ਵੀ ਕਹਿ ਚੁੱਕੇ ਸੀ ਕਿ ਦੂਜੀ ਟਰਮ ਦੇ ਵਿੱਚ ਜਾ ਕੇ ਅਸੀਂ ਬਜਟ ਬੈਲੈਂਸ ਕਰਨ ਜੋਗੇ ਹੋਵਾਂਗੇ ਤੇ NDP ਵੱਲੋਂ ਆਪਣੇ ਪਲੇਟਫਾਰਮ ਦੇ ਵਿੱਚ ਬਜਟ ਨੂੰ ਬੈਲੈਂਸ ਕਰਨ ਸੰਬੰਧੀ ਕੋਈ ਗੱਲਬਾਤ ਜਿਹੜੀ ਸੀ ਉਹ ਮੰਨਫੀ ਸੀ।